ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼ੇਖ ਨਾਗ ਪਾਤੰਜਲ ਮੱਥਿਆ, ਗੁਰਮੁਖ ਸਾਸਤਰ ਨਾਗ ਸੁਣਾਈ। ਵੇਦ ਅਥਰਬਣ ਬੋਲਿਆ, ਜੋਗ ਬਿਨਾ ਨਹਿ ਭਰਮ ਚੁਕਾਈ। ਜਿਉ ਕਰ ਮੈਲੀ ਆਰਸੀ, ਸਿਕਲ ਬਿਨਾ ਨਹਿ ਮੁਖ ਦਿਖਾਈ। ਜੋਗ ਪਦਾਰਥ ਨਿਰਮਲਾ, ਅਨਹਦ ਧੁਨ ਅੰਦਰ ਲਿਵ ਲਾਈ। ਅਸ਼ਟ ਦਸਾਂ ਸਿਧ ਨੌ ਨਿਧ, ਗੁਰਮੁਖ ਜੋਗੀ ਚਰਨ ਲਗਾਈ। ਤ੍ਰਿਹੋ ਜੁਗਾਂ ਕੀ ਬਾਸਨਾ, ਕਲ ਯੁਗ ਵਿੱਚ ਪਾਤੰਜਲ ਪਾਈ। ਹੱਥੋ ਹੱਥੀ ਪਾਈਐ, ਭਗਤ ਜੋਗ ਕੀ ਪੂਰ ਕਮਾਈ। ਨਾਮ ਦਾਨ ਇਸ਼ਨਾਨ ਸੁਭਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸ਼ਹਿਨਸ਼ਾਹ ਪਾਤਸ਼ਾਹ ਧੰਨ ਹਜ਼ੂਰ ਦਾ ਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅੰਤ ਕਿਰਪਾ ਦੇ ਸਦਕਾ ਭਾਈ ਗੁਰਦਾਸ ਜੀ ਦੀਆਂ ਪਾਵਨ ਵਾਰਾਂ ਦੀ ਲੜੀਵਾਰ ਵਿਚਾਰ ਪ੍ਰਾਰੰਭ ਹੋਈ ਹੈ। ਪਿਛਲੀਆਂ 13 ਪੌੜੀਆਂ ਪਹਿਲੀ ਵਾਰ ਦੀਆਂ ਆਪਾਂ ਸਰਵਣ ਕੀਤੀਆਂ ਨੇ। 14ਵੀਂ ਪਾਵਨ ਪੌੜੀ ਦੀ ਪ੍ਰਾਰੰਭਤਾ ਹੈ। ਪਾਠ ਰੂਪ ਦੇ ਅੰਦਰ ਆਪਾਂ ਪਾਠ ਸਰਵਣ ਕੀਤਾ ਹੈ। ਸੋ ਆਓ ਸਾਹਿਬ ਦੇ ਚਰਨਾਂ 'ਚ ਅਰਦਾਸ ਕਰੋ। ਮਾਲਕ ਜੀ ਤਰਸ ਕਰਿਓ, ਆਪ ਵਿੱਚ ਵਰਤਦਿਆਂ ਹੋਇਆਂ ਇਸ ਪਾਵਨ ਅਗਾਧ ਬੋਧ ਰਚਨਾ ਦੀ ਆਪ ਵਿੱਚ ਵਰਤ ਕੇ ਵਿਚਾਰ ਕਰਨ ਦੀ ਸੋਝੀ ਸਮਰੱਥਾ ਬਲ ਦਿਓ। ਜਿਤਨੇ ਜੁੜੇ ਹੋ, ਸਰਵਣ ਕਰ ਰਹੇ ਹੋ, ਆਓ ਪਿਆਰ ਸਹਿਤ ਸਾਹਿਬ ਦੀ ਅਸੀਸ ਦੇ ਪਾਤਰ ਬਣੋ। ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਸ਼ੇਖ ਨਾਗ ਪਾਤੰਜਲ ਮੱਥਿਆ, ਗੁਰਮੁਖ ਸ਼ਾਸਤਰ ਨਾਗ ਸੁਣਾਈ। ਸੋ ਇਸ ਪਾਵਨ 14ਵੀਂ ਪੌੜੀ ਦੇ ਅੰਦਰ ਭਾਈ ਸਾਹਿਬ ਭਾਈ ਗੁਰਦਾਸ ਜੀ ਜ਼ਿਕਰ ਕਰਦੇ ਨੇ ਕਿ ਨਾਗਾਂ ਦੇ ਵਿੱਚੋਂ ਸ਼੍ਰੋਮਣੀ ਨਾਗ ਜਿਹੜਾ ਹੈ ਸ਼ੇਸ਼ ਨਾਗ, ਜਿਸ ਦਾ ਬਾਣੀ ਵਿੱਚ ਵੀ ਬੜੀ ਦਫਾ ਜ਼ਿਕਰ ਹੈ, ਭਾਵ ਕਿ ਉਹ ਆਪਣੇ ਫਨਾਂ ਦੇ ਨਾਲ, ਮੁਖ ਦੇ ਨਾਲ ਰੋਜ਼ਾਨਾ ਪਰਮਾਤਮਾ ਦੇ ਹਜ਼ਾਰਾਂ ਨਾਮ ਜਿਹੜੇ ਹਨ ਉਹਨਾਂ ਨੂੰ ਉਚਾਰਨ ਕਰਦਾ ਹੈ। ਸਾਹਿਬ ਨੇ ਬਾਣੀ ਅੰਦਰ ਬੜੀ ਦਫਾ ਉਹਦਾ ਜ਼ਿਕਰ ਕੀਤਾ ਹੈ ਕਿ ਫਿਰ ਵੀ ਇੰਨਾ ਉਚਾਰਨ ਕਰਨ ਤੋਂ ਬਾਅਦ ਵੀ ਕਰਤੇ ਅਕਾਲ ਪੁਰਖ ਦਾ ਨਾਵਾਂ ਦਾ ਕੋਈ ਅੰਤੋਂ ਨਾ ਪਾ ਸਕਿਆ। ਇੱਥੇ ਅੱਜ ਸ਼ੇਸ਼ ਨਾਗ ਦਾ ਜੋ ਪਾਤੰਜਲ ਰਿਖੀ ਦੇ ਰੂਪ ਅੰਦਰ ਉਹਦਾ ਰੂਪ ਹੈ, ਜੋ ਪਾਤੰਜਲੀ ਰਿਖੀ ਹੋਇਆ ਬਹੁਤ ਵੱਡਾ, ਉਹਨੇ ਫਿਰ ਇਹ ਸ਼ਾਸਤਰ ਜਿਹੜਾ ਸੀ ਉਹ ਵੀ ਲਿਖਿਆ, ਪਾਤੰਜਲ ਸ਼ਾਸਤਰ ਵੀ ਲਿਖਿਆ, ਜੋ ਯੋਗ ਦੇ ਨਾਲ ਸੰਬੰਧ ਰੱਖਦਾ ਸੀ, ਜੋ ਅੱਜ ਵੀ ਸੰਸਾਰ ਦੇ ਉੱਤੇ ਉਹਦਾ ਸ਼ਾਸਤਰ ਜਿਹੜਾ ਹੈ, ਯੋਗਾ ਅਭਿਆਸ ਕਰਨ ਵਾਲੇ ਜਿਹੜੇ ਯੋਗ ਹਨ, ਯੋਗ ਕਰਨ ਵਾਲੇ ਲੋਕ ਹਨ, ਉਹ ਕਾਫੀ ਉਹਦਾ ਪ੍ਰਚਾਰ ਪ੍ਰਸਾਰ ਵੀ ਕਰਦੇ ਨੇ, ਉਹਨੂੰ ਪੜ੍ਹਦੇ ਵੀ ਨੇ। ਪਾਤੰਜਲੀ ਨਾਮ ਜਿਹੜਾ ਹੈ ਕਾਫੀ ਜਗ ਜ਼ਾਹਰ ਹੈ। ਸੋ ਇਸ ਤਰ੍ਹਾਂ ਨਾਗਾਂ ਦੇ ਵਿੱਚੋਂ ਸ਼੍ਰੇਸ਼ਟ ਨਾਗ ਜਿਹੜਾ ਪਾਤੰਜਲ ਨਾਗ, ਉਹਨੇ ਕੀ ਕੀਤਾ ਹੈ, ਵੇਦਾਂ ਨੂੰ ਮੱਥ ਕੇ ਚੰਗੀ ਤਰ੍ਹਾਂ ਅਧਿਐਨ ਕਰਕੇ ਘੋਖ ਕੇ ਰਿਖੀਆਂ ਦੇ ਵਿੱਚ ਉਹਨੇ ਪਾਤੰਜਲ ਰਿਖੀ ਦਾ ਅਵਤਾਰ ਜਿਹੜਾ ਸੀ ਉਹ ਧਾਰਨ ਕੀਤਾ। ਜਾਂ ਇੰਝ ਕਹਿ ਲਓ ਕਿ ਵੇਦਾਂ ਨੂੰ ਮੰਥਨ ਕਰਕੇ ਉਹਨੇ ਜਦੋਂ ਇਹ ਸਾਰਾ ਕੁਝ ਕੀਤਾ, ਉਦੋਂ ਉਹਨੇ ਪਾਤੰਜਲ ਰਿਖੀ ਦਾ ਅਵਤਾਰ ਧਾਰਨ ਕੀਤਾ ਸੀ ਅਤੇ ਉਹਨੇ ਆਪਣੇ ਨਾਮ ਦੇ ਉੱਤੇ ਹੀ ਜਿਹੜਾ ਸ਼ਾਸਤਰ ਸੀ ਉਹ ਲਿਖਿਆ। ਜਿਵੇਂ ਇੰਝ ਕਹਿ ਦਈਏ, ਚੰਗੀ ਤਰ੍ਹਾਂ ਵੇਦ ਘੋਖ ਕੇ ਉਹਨੇ ਜੋ ਨਿਚੋੜ ਕੱਢਿਆ, ਉਹ ਸਿਧਾਂਤ ਤੇ ਉਹਨਾਂ ਵੇਦਾਂ ਦਾ ਸੀ, ਪਰ ਜਿਵੇਂ ਆਪਾਂ ਕੋਈ ਕਿਤਾਬ ਪੜ੍ਹਦੇ ਹਾਂ, ਉਹਦਾ ਲੇਖਕ ਫਲਾਣਾ ਸਿਉਂ ਹੁੰਦਾ ਹੈ, ਉਸ ਤਰ੍ਹਾਂ ਉਹ ਪਾਤੰਜਲ ਸ਼ਾਸਤਰ ਜਿਹੜਾ ਉਹਨੇ ਲਿਖਿਆ, ਸ਼ਾਸਤਰ ਦਾ ਨਾਮ ਵੀ ਆਪਣੇ ਨਾਮ 'ਤੇ ਰੱਖਿਆ ਅਤੇ ਉਹਦਾ ਲੇਖਕ ਵੀ ਉਹ ਆਪ ਸੀ। ਸੋ ਇਸ ਤਰ੍ਹਾਂ ਆਪਣੇ ਨਾਮ ਵਾਲਾ ਨਾਂ ਰੱਖ ਕੇ ਸੁਣਾਇਆ। ਨਾਗ ਸੁਣਾਈ ਭਾਵ ਉਸ ਨਾਗ ਨੇ ਸੰਸਾਰ ਨੂੰ ਇਹ ਵਾਰਤਾ ਜਿਹੜੀ ਸੀ, ਇਹ ਸਾਰਾ ਕੁਛ ਜਿਹੜਾ ਉਹ ਸੁਣਾਇਆ। ਕੀ ਕੀਤਾ? ਵੇਦ ਅਥਰਬਣ ਬੋਲਿਆ, ਜੋਗ ਬਿਨਾ ਨਹਿ ਭਰਮ ਚੁਕਾਈ। ਉਹਦੇ ਵਿੱਚ ਪਾਤੰਜਲ ਸ਼ਾਸਤਰ ਦੇ ਵਿੱਚ ਉਹਨੇ ਅਥਰਬਣ ਵੇਦ ਨੂੰ ਬੋਲਿਆ। ਅਥਰਬਣ ਵੇਦ ਦੇ ਵਾਕਿਆ ਜਿਹੜੇ ਸੀ ਉਹਦੇ ਵਿੱਚ ਬੋਲੇ, ਸਾਂਝੇ ਕੀਤੇ ਲੋਕਾਂ ਦੇ ਨਾਲ, ਅਤੇ ਅਥਰਬਣ ਵੇਦ ਦਾ ਸਹਾਰਾ ਲੈ ਕੇ ਉਹਨਾਂ ਨੇ
ਸੰਸਾਰ ਨੂੰ ਇੱਕ ਮਾਰਗ ਦਿੱਤਾ, ਇੱਕ ਰਾਹ ਦਿੱਤਾ, ਸੰਸਾਰ ਨੂੰ ਇੱਕ ਸਿੱਖਿਆ ਦਿੱਤੀ, ਉਹ ਇਹ ਸੀ ਕਿ ਯੋਗ ਤੋਂ ਬਿਨਾਂ ਭਰਮ ਨਹੀਂ ਹਟਦਾ। ਯੋਗ ਬਿਨਾਂ ਨਹਿ ਭਰਮ ਚੁਕਾਈ। ਜ਼ਿੰਦਗੀ ਦੇ ਜਿਹੜੇ ਭਰਮ ਹਨ ਇਹ ਯੋਗ ਪ੍ਰਾਣਾਯਾਮ ਇਹਦੇ ਤੋਂ ਬਿਨਾਂ ਹਟਦੇ ਨਹੀਂ। ਇਸੇ ਕਰਕੇ ਜੋ ਯੋਗਾ ਅਭਿਆਸ ਕਰਨ ਵਾਲੇ ਨੇ ਉਹ ਇੰਝ ਕਹਿ ਦਿੰਦੇ ਨੇ ਕਿ ਮਨ ਦਾ ਟਿਕਾਊ ਜਿਹੜਾ ਹੈ ਉਹ ਯੋਗ ਕਰਨ ਦੇ ਨਾਲ ਮਨ ਦਾ ਟਿਕਾਊ ਹੁੰਦਾ ਹੈ। ਹਾਲਾਂਕਿ ਯੋਗ ਕਰਨ ਦੇ ਨਾਲ ਸਰੀਰ ਤੰਦਰੁਸਤ ਰਹਿੰਦਾ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਸਰੀਰ ਦੀ ਕਿਰਿਆ ਪ੍ਰਕਿਰਿਆ ਠੀਕ ਰਹਿੰਦੀ ਹੈ, ਪਾਚਨ ਸ਼ਕਤੀ ਠੀਕ ਹੈ, ਸਰੀਰ ਦੇ ਵਿੱਚ ਰੋਗ ਘੱਟ ਆਉਂਦੇ ਨੇ, ਸਰੀਰ ਤੰਦਰੁਸਤ ਰਹਿੰਦਾ ਹੈ। ਇਹ ਸਾਰੀਆਂ ਗੱਲਾਂ ਸੱਚ ਨੇ। ਪਰ ਜੇ ਕੋਈ ਕਵੇ ਕਿ ਮੈਂ ਰੋਜ਼ ਸਵੇਰੇ ਉੱਠ ਕੇ ਇੱਕ ਐਕਸਰਸਾਈਜ਼ ਕਰਾਂ, ਸਿਰਫ ਐਕਸਰਸਾਈਜ਼ ਕਰਨ ਦੇ ਨਾਲ, ਯੋਗ ਕਰਨ ਦੇ ਨਾਲ ਮੇਰਾ ਮਨ ਟਿਕ ਜਾਏਗਾ, ਸ਼ਾਇਦ ਇਹ ਉਹਦੀ ਨਾ ਸਮਝੀ ਹੋਵੇਗੀ। ਸੋ ਇਸ ਲਈ ਭਾਈ ਗੁਰਦਾਸ ਜੀ ਜੋ ਪ੍ਰਚਲਿਤ ਖਿਆਲ ਸਨ ਉਸ ਸਮੇਂ ਦੇ, ਉਹ ਜ਼ਿਕਰ ਕਰਦੇ ਨੇ ਕਿ ਉਹਨੇ ਅਥਰਵਣ ਵੇਦ ਦੇ ਦੁਆਰਾ ਲੋਕਾਂ ਨੂੰ ਸਮਝਾਇਆ ਕਿ ਇਹ ਯੋਗ ਪ੍ਰਾਣਾਯਾਮ ਜਿਹੜਾ ਇਹ ਬੜਾ ਸ੍ਰੇਸ਼ਟ ਹੈ, ਇਹਦੇ ਤੋਂ ਬਿਨਾਂ ਤੁਹਾਡੇ ਮਨ ਦਾ ਭਰਮ ਜਿਹੜਾ ਉਹ ਖਤਮ ਨਹੀਂ ਹੋਏਗਾ। ਇੱਕ ਦਲੀਲ, ਇੱਕ ਉਦਾਹਰਣ ਦਿੱਤੀ, ਜਿਉਂ ਕਰ ਮੈਲੀ ਆਰਸੀ ਸਿਕਲ ਬਿਨਾ ਨਹਿ ਮੁਖ ਦਿਖਾਈ। ਜਿਸ ਤਰ੍ਹਾਂ ਸ਼ੀਸ਼ਾ ਮੈਲਾ ਹੋਵੇ, ਉਹਨੂੰ ਸਾਫ਼ ਕੀਤੇ ਤੋਂ ਬਿਨਾਂ ਉਹਦੇ 'ਚ ਚਿਹਰਾ, ਮੂੰਹ ਆਦਿਕ ਜਿਹੜਾ ਉਹ ਨਹੀਂ ਦਿਖਦਾ। ਬਾਕੀ ਆਰਸੀ ਸ਼ਬਦ ਜਿਹੜਾ ਹੈ ਨਾ, ਉਹਦੇ ਅਰਥ ਤਾਂ ਭਾਵੇਂ ਗ੍ਰੰਥਾਂ ਦੇ ਵਿੱਚ ਦਰਪਣ, ਸ਼ੀਸ਼ਾ ਇਹ ਸਾਰੇ ਹਨ, ਪਰ ਪੁਰਾਣੇ ਸਮੇਂ ਦੇ ਅੰਦਰ ਇਸ ਤਰ੍ਹਾਂ ਵੀ ਜ਼ਿਕਰ ਜਿਹੜਾ ਉਹ ਪੜ੍ਹਿਆ ਜਾਂਦਾ ਸੀ ਕਿ ਇੱਕ ਲੋਹਾ ਜਿਹੜਾ ਸੀ, ਲੋਹੇ ਨੂੰ ਰਗੜ ਕੇ, ਮਲ ਕੇ, ਜਿਵੇਂ ਕਹਿ ਲਓ ਉਹਨੂੰ ਘਸਾ ਕੇ ਇੰਨਾ ਕੁ ਚਮਕਾ ਲੈਂਦੇ ਸਨ ਲੋਕ, ਕਿਉਂਕਿ ਸ਼ੀਸ਼ਾ ਬਹੁਤ ਪੁਰਾਣੀ ਕੋਈ ਯੁੱਗਾਂ ਦੀ ਕਾਢ ਨਹੀਂ ਸੀ। ਭਾਵ ਇੰਝ ਕਹਿ ਸਕਦੇ ਹਾਂ ਕੋਈ 500 ਜਾਂ ਇਸ ਤੋਂ ਜ਼ਿਆਦੀਆਂ ਸਦੀਆਂ ਪੁਰਾਣਾ ਹੋ ਸਕਦਾ, ਪਰ ਜੇ ਅਸੀਂ ਕਹੀਏ ਹਜ਼ਾਰਾਂ ਸਦੀਆਂ ਪੁਰਾਣਾ ਹੋਵੇਗਾ, ਸ਼ਾਇਦ ਇੰਝ ਨਹੀਂ ਹੈ। ਉਦੋਂ ਲੋਕ ਜਾਂ ਪਾਣੀ ਦੇ ਵਿੱਚ ਆਪਣਾ ਮੂੰਹ ਦੇਖਦੇ ਸਨ। ਜੇ ਅਸੀਂ ਬਹੁਤੀ ਦੂਰ ਨਾ ਜਾਈਏ ਤਾਂ ਅੱਜ ਤੋਂ ਕੋਈ 50-100 ਸਾਲ ਪਹਿਲਾਂ ਵੀ ਲੋਕ ਜ਼ਿਆਦਾਤਰ ਪਾਣੀ 'ਚ ਮੂੰਹ ਦੇਖਦੇ ਸੀ, ਜਾਂ ਥਾਲੀਆਂ ਜੋ ਸਟੀਲ ਦੇ ਭਾਂਡੇ ਹੁੰਦੇ ਸਨ ਬੜੇ ਚਮਕਦਾਰ, ਉਹਨਾਂ ਦੇ ਵਿੱਚ ਵੀ ਜ਼ਿਆਦਾਤਰ ਲੋਕ ਜਿਹੜੇ ਪੁਰਾਣੇ ਬਜ਼ੁਰਗ ਅਸੀਂ ਦੇਖਣੇ ਬਚਪਨ ਦੇ ਵਿੱਚ, ਕੁਝ ਜ਼ਿਆਦਾ ਸਾਲ ਪਹਿਲਾਂ ਦੀ ਗੱਲ ਵੀ ਨਹੀਂ ਹੈ, ਕੁਝ ਕੁ ਸਾਲਾਂ ਪਹਿਲਾਂ ਦੀ ਗੱਲ ਹੈ, ਜਦੋਂ ਸ਼ੀਸ਼ੇ ਬਹੁਤੇ ਪ੍ਰਚਲਿਤ ਨਹੀਂ ਸੀ, ਤਾਂ ਉਦੋਂ ਲੋਕ ਥਾਲੀਆਂ ਦੇ ਵਿੱਚ ਵੇਖ ਕੇ ਵੀ ਦਸਤਾਰੇ ਸਜਾਇਆ ਕਰਦੇ ਸਨ, ਮੂੰਹ ਦੇਖ ਲਿਆ ਕਰਦੇ ਸਨ। ਪਰ ਇਹ ਨਹੀਂ ਕਿ ਉਦੋਂ ਸ਼ੀਸ਼ੇ ਨਹੀਂ ਸਨ, ਜ਼ਿਆਦਾ ਪ੍ਰਚਲਿਤ ਨਹੀਂ। ਜਦੋਂ ਬਹੁਤ ਸਦੀਆਂ ਪਿਛਾਂਹ ਜਾਵਾਂਗੇ ਤਾਂ ਉਦੋਂ ਲੋਹਾ ਜਿਹੜਾ ਸੀ ਉਹਨੂੰ ਬੜੀ ਚੰਗੀ ਤਰ੍ਹਾਂ ਰਗੜ ਕੇ, ਉਹਨੂੰ ਵਾਰ-ਵਾਰ ਸਾਫ਼ ਕਰਕੇ, ਸਿੱਕਲ ਕਰਕੇ ਉਹਨੂੰ ਇੰਨਾ ਕੁ ਚਮਕਾ ਲੈਂਦੇ ਸਨ ਕਿ ਉਹਦੇ ਵਿੱਚੋਂ ਮੂੰਹ ਦਿਸਣ ਲੱਗ ਪੈਂਦਾ ਸੀ। ਸੋ ਇਸ ਤਰ੍ਹਾਂ ਜਿਵੇਂ ਅਸੀਂ ਕਹਿ ਲਈਏ ਅੱਜ ਕੱਲ੍ਹ ਦੇ ਸਮੇਂ ਦੇ ਵਾਂਗੂ ਸ਼ੀਸ਼ੇ ਦੀ ਆਰਸੀ ਜਿਹੜੀ ਉਹ ਬਹੁਤੀ ਨਹੀਂ ਸੀ ਹੁੰਦੀ। ਸੋ ਉਹਦੇ ਬਾਬਤ ਵੀ ਇੱਥੇ ਭਾਈ ਸਾਹਿਬ ਜੀ ਜ਼ਿਕਰ ਕਰਦੇ ਨੇ ਕਿ ਜਿਉਂ ਕਰ ਮੈਲੀ ਆਰਸੀ ਸਿਕਲ ਬਿਨਾ ਨਹਿ ਮੁਖ ਦਿਖਾਈ। ਆਰਸੀ ਦਾ ਅਰਥ ਇੱਥੇ ਸ਼ੀਸ਼ਾ ਹੀ ਹੈ। ਸਿੱਕਲ ਕੀਤੇ ਤੋਂ ਬਿਨਾਂ, ਸਾਫ਼ ਕੀਤੇ ਤੋਂ ਬਿਨਾਂ, ਚਮਕਾਏ ਤੋਂ ਬਿਨਾਂ ਉਹਦੇ ਵਿੱਚ ਮੂੰਹ ਜਿਹੜਾ ਉਹ ਨਹੀਂ ਦਿਸਦਾ। ਜੋਗ ਪਦਾਰਥ ਨਿਰਮਲਾ ਅਨਹਦ ਧੁਨ ਅੰਦਰ ਲਿਵ ਲਾਈ। ਫਿਰ ਅੱਗੇ ਜ਼ਿਕਰ ਕੀਤਾ ਕਿ ਜੋਗ ਪਦਾਰਥ ਜਿਹੜਾ ਹੈ ਇਹ ਵਸਤੂ ਜਿਹੜੀ ਬੜੀ ਸ਼ੁੱਧ ਹੈ। ਜੋਗ ਪਦਾਰਥ ਬਹੁਤ ਵੱਡੀ ਇੱਕ ਵਸਤੂ ਹੈ। ਅਤੇ ਨਾਲ ਜ਼ਿਕਰ ਕਰ ਦਿੱਤਾ ਅਨਹਦ ਧੁਨ ਅੰਦਰ ਲਿਵ ਲਾਈ। ਅਨਹਦ ਧੁਨ ਭਾਵ ਕਿ ਦਸਮ ਦਵਾਰ ਦੇ ਅੰਦਰ ਉਹ ਅਨਾਹਦ ਨਾਦ, ਜੋ ਅਨਹਦ, ਹੱਦ ਤੋਂ ਪਰੇ ਦੀ ਧੁਨੀ ਜਿਹੜੀ ਹੈ। ਸੰਸਾਰ 'ਤੇ ਜਿਤਨੀਆਂ ਵੀ ਧੁਨੀਆਂ ਹਨ ਨਾ, ਜੋ ਆਪਾਂ ਪੈਦਾ ਕਰਦੇ ਹਾਂ, ਜਿਸ ਤਰ੍ਹਾਂ ਕਿਸੇ ਤੰਤੀ ਸਾਜ਼ ਦੇ ਵਿੱਚੋਂ ਧੁਨੀ ਪੈਦਾ ਕਰਨੀ, ਜਾਂ ਹਾਰਮੋਨੀਅਮ ਆਦਿਕ ਹੋ ਗਏ, ਬਾਂਸੁਰੀ ਹੋ ਗਏ, ਫੂਕ ਨਾਲ ਵੱਜਣ, ਹਵਾ ਨਾਲ ਵੱਜਣ ਵਾਲੇ ਜਿਹੜੇ ਸਾਜ਼ ਹਨ, ਇਹਨਾਂ ਦੇ ਵਿੱਚੋਂ ਧੁਨੀ ਪੈਦਾ ਕਰਨੀ। ਚਮੜੇ ਦੇ ਸਾਜ਼ ਹਨ, ਤਬਲਾ, ਢੋਲਕ, ਇਹਨਾਂ 'ਚੋਂ ਧੁਨੀ ਪੈਦਾ ਕਰਨੀ। ਇਹ ਅਨਹਦ ਨਹੀਂ, ਹੱਦ ਵਿੱਚ ਨਹੀਂ ਹੈ। ਤੁਸੀਂ ਹੁਣ ਕਿਸੇ ਚਮੜੇ ਵਾਲੇ ਢੋਲ, ਢੋਲਕੀ, ਤਬਲੇ 'ਤੇ ਜ਼ੋਰ ਦੀ ਹੱਥ ਮਾਰੋ, 2, 4, 20, 10 ਸਕਿੰਟ, 20 ਸਕਿੰਟ ਤੱਕ ਉਹਦੀ ਧਮਨੀ ਗੂੰਜੇਗੀ। ਉਸ ਤੋਂ ਬਾਅਦ ਉਹ ਸਾਨੂੰ ਸੁਣਨ ਦੇ ਵਾਸਤੇ ਉਹ ਬੰਦ ਹੋ ਜਾਏਗੀ। ਪਰ ਇੱਕ ਅਨਹਦ ਨਾਦ ਜੋ ਮਨੁੱਖ ਦੇ ਅੰਦਰ ਗੂੰਜਦਾ ਹੈ, ਜੋ ਹੱਦ ਤੋਂ ਪਰੇ ਹੈ, ਜਿਸ ਦੀ ਕੋਈ ਹੱਦ ਨਹੀਂ ਕਿ ਉਹ 10 ਦਿਨ, 20 ਦਿਨ, 10 ਸਾਲ, 20 ਸਾਲ, ਜਾਂ ਇਕੱਲੇ ਬਚਪਨ ਵਿੱਚ, ਜਾਂ ਇਕੱਲੀ ਜਵਾਨੀ ਵਿੱਚ, ਜਾਂ ਇੰਝ ਕਹਿ ਦਈਏ ਬਸ ਬਜ਼ੁਰਗੀ ਦੇ ਪ੍ਰਾਰੰਭਤਾ ਤੱਕ ਹੀ ਉਹ ਸਾਡੇ ਅੰਦਰ ਗੂੰਜਦਾ। ਪਹਿਲੇ ਦਿਨ ਤੋਂ ਲੈ ਕੇ
ਆਖਰੀ ਸਾਹ ਤੱਕ ਸਾਡੇ ਅੰਦਰ ਉਹ ਅਨਹਦ ਧੁਨੀ ਜਿਹੜੀ ਉਹ ਚੱਲਦੀ ਹੈ। ਬਸ ਇਹ ਹੈ ਕਿ ਉਸ ਧੁਨੀ ਦੇ ਨਾਲ ਸਾਂਝ ਕਿਸੇ ਵਿਰਲੇ ਦੀ ਪੈਂਦੀ ਹੈ। ਸੋ ਇਸ ਤਰ੍ਹਾਂ ਇੱਥੇ ਜ਼ਿਕਰ ਕਰਦੇ ਜੋ ਦਸਮ ਦਵਾਰ ਦੇ ਵਿੱਚ ਜਾ ਕੇ ਟਿਕ ਗਿਆ, ਜਿਹਨੇ ਆਪਣੀ ਬਿਰਤੀ ਜਿਹੜੀ ਉੱਥੇ ਲਗਾ ਲਈ ਹੈ, ਉਹਨੇ ਇਸ ਯੋਗ ਦੇ ਦੁਆਰਾ ਉਸ ਦਸਮ ਦਵਾਰ ਨੂੰ ਸਾਧਿਆ ਅਤੇ ਸਾਧ ਕੇ ਇਸ ਨਿਰਮਲ ਯੋਗ ਪਦਾਰਥ ਨੂੰ ਪ੍ਰਾਪਤ ਕਰਕੇ ਦਸਮ ਦਵਾਰ ਵਿੱਚ ਟਿਕ ਗਿਆ। ਜਦੋਂ ਉੱਥੇ ਟਿਕਿਆ ਫਿਰ ਉਹਨੂੰ ਕੁਝ ਪ੍ਰਾਪਤੀਆਂ ਵੀ ਹੋਈਆਂ। ਤਾਂ ਪ੍ਰਾਪਤੀਆਂ ਕੀ ਹੋਈਆਂ? ਅਸ਼ਟ ਦਸਾ ਸਿੱਧ ਨੌ ਨਿਧੀ ਗੁਰਮੁਖ ਜੋਗੀ ਚਰਨ ਲਗਾਈ। ਅਸ਼ਟ ਦਸਾ ਭਾਵ ਕਿ 18 ਸਿੱਧੀਆਂ ਅਤੇ 9 ਨਿਧੀ, 9 ਨਿਧਾਂ ਜਿਹੜੀਆਂ ਹਨ ਉਹ ਗੁਰਮੁਖ ਦੇ ਪੈਰੀ ਪੈਣ ਲੱਗੀਆਂ। ਭਾਵ ਇੱਥੇ ਪਤੰਜਲ ਰਿਸ਼ੀ ਨੇ ਤੇ ਆਪਦੇ ਸ਼ਾਸਤਰ ਦਾ ਮਹੱਤਵ ਵਰਣਨ ਕੀਤਾ ਹੈ ਕਿ ਜਦੋਂ ਕੋਈ ਯੋਗ ਕਰਦਾ ਹੈ, ਯੋਗ ਕਮਾਉਂਦਾ ਹੈ, ਮੇਰੇ ਸ਼ਾਸਤਰ ਨੂੰ ਪੜ੍ਹੇਗਾ ਤੇ ਉਹਦੇ ਇਹ ਸਾਰੀਆਂ ਰਿੱਧੀਆਂ ਸਿੱਧੀਆਂ ਜਿਹੜੀਆਂ ਉਹਦੇ ਕੋਲ ਆ ਜਾਂਦੀਆਂ ਨੇ। ਪਰ ਗੁਰਮਤਿ ਦੇ ਅੰਦਰ ਇਹਨਾਂ ਦੇ ਨਾਲ ਸਿੱਖ ਦਾ ਕੋਈ ਵਾਸਤਾ ਨਹੀਂ, ਜਾਂ ਇੰਝ ਕਹਿ ਲਓ ਸਿੱਖ ਨੂੰ ਚਾਹਨਾ ਨਹੀਂ ਹੈ ਕੋਈ। ਸਿੱਖ ਦੀ ਅਵਸਥਾ ਤੇ ਇਹ ਹੈ, ਰਾਜ ਨਾ ਚਾਹਉ ਮੁਕਤ ਨਾ ਚਾਹਉ ਮਨ ਪ੍ਰੀਤ ਚਰਨ ਕਮਲਾਰੇ। ਸਿੱਖ ਇਹਨਾਂ ਚੀਜ਼ਾਂ ਦੇ ਮਗਰ ਨਹੀਂ ਦੌੜਦਾ। ਸੱਚਾਈ ਇਹ ਹੈ, ਇਹ ਸਿੱਖ ਦੇ ਮਗਰ ਦੌੜਦੀਆਂ ਨੇ। ਜਦੋਂ ਅਸੀਂ ਅਰਦਾਸ ਵਿੱਚ ਸ਼ਬਦ ਪੜ੍ਹਦੇ, ਤੇਗ ਬਹਾਦਰ ਸਿਮਰਿਆ ਘਰ ਨੌਨਿਧ ਆਵੈ ਧਾਏ, ਬਾਣੀ ਅੰਦਰ ਬਚਨ ਪੜ੍ਹਦੇ, ਰਿੱਧ ਸਿੱਧ ਨਾਵੈ ਕੀ ਦਾਸੀ। ਨਾਮ ਪੜ੍ਹਨ ਵਾਲਿਆਂ ਦੀਆਂ ਰਿੱਧੀਆਂ ਸਿੱਧੀਆਂ ਜਿਹੜੀਆਂ ਉਹ ਦਾਸੀਆਂ ਹਨ। ਜਦੋਂ ਹਜ਼ੂਰ ਦੇ ਬਚਨ ਪੜ੍ਹਦੇ ਹੋ, ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰ ਹੈ, ਜੋ ਹਰ ਹਿਰਦੈ ਸਦਾ ਵਸਾਏ। ਜੋ ਪਰਮੇਸ਼ਰ ਦੇ ਨਾਮ ਨੂੰ ਜਪਦੇ ਨੇ, ਹਿਰਦੇ 'ਚ ਵਸਾਉਂਦੇ ਨੇ, ਇਹ ਸਾਰੀਆਂ ਸ਼ਕਤੀਆਂ ਉਹਨਾਂ ਦੇ ਚਰਨੀ ਲੱਗਦੀਆਂ ਹਨ। ਤ੍ਰਿਹੋਂ ਜੁਗਾਂ ਕੀ ਬਾਸਨਾ ਕਲਯੁਗ ਵਿੱਚ ਪਾਤੰਜਲ ਪਾਈ। ਪਰ ਤਿੰਨਾਂ ਯੁੱਗਾਂ ਦੀਆਂ ਵਾਸ਼ਨਾ ਕਲਯੁਗ ਵਿਖੇ ਪਾਤੰਜਲ ਰਿਖੀ ਜਿਹੜਾ ਸੀ ਉਹਨੇ ਪਾ ਲਈਆਂ। ਸਿੱਟਾ ਇਹ ਹੈ ਕਿ ਪਾਤੰਜਲ ਸ਼ਾਸਤਰ ਅਨੁਸਾਰ ਜੋ ਯੋਗ ਕਰਦਾ ਉਹ ਪਾ ਲੈਂਦਾ। ਇੱਕ ਤਾਂ ਇਹ ਪਰਮਾਤਮਾ ਨੂੰ ਪਾ ਲੈਂਦਾ, ਹਾਲਾਂਕਿ ਪਾਉਂਦਾ ਨਹੀਂ, ਪਰ ਜਿੰਨੇ ਇਹ ਸ਼ਾਸਤਰ ਲਿਖਿਆ ਉਹਨੇ ਆਪਣੇ ਵੱਲੋਂ ਵਡਿਆਈ ਕਰਦਿਆਂ ਦਾਅਵਾ ਕਰਨਾ ਸੀ। ਸੋ ਦੂਜਾ ਇਹ ਕਹਿ ਦਈਏ ਉਹ ਦਸਮ ਦਵਾਰ ਨੂੰ ਪਾ ਲੈਂਦਾ, ਪਰ ਮਨ ਦੀ ਇਕਾਗਰਤਾ ਨਹੀਂ ਪਾ ਪਾਉਂਦਾ। ਸੋ ਇੱਥੇ ਜੋ ਤਿੰਨਾਂ ਯੁੱਗਾਂ ਦੇ ਅੰਦਰ ਜੋ ਵਾਸ਼ਨਾ ਸੀ, ਭਾਵ ਜੋ ਕਾਮਨਾ ਸਨ ਤਿੰਨਾਂ ਯੁੱਗਾਂ ਦੇ ਲੋਕਾਂ ਦੀਆਂ, ਤਾਂ ਪਤੰਜਲ ਰਿਸ਼ੀ ਕਹਿੰਦਾ ਹੈ ਕਿ ਇਸ ਤਰ੍ਹਾਂ ਯੋਗ ਕਰਨ ਦੇ ਨਾਲ ਮਨੁੱਖ ਉਹਨਾਂ ਸਾਰੀਆਂ ਦੀ ਪੂਰਤੀ ਕਰਦਾ, ਉਹਨਾਂ ਨੂੰ ਪਾ ਲੈਂਦਾ ਹੈ। ਹੱਥੋਂ ਹੱਥੀਂ ਪਾਈ ਹੈ ਭਗਤ ਜੋਗ ਕੀ ਪੂਰ ਕਮਾਈ। ਪਰ ਸੱਚਾਈ ਇਹ ਹੈ, ਜੋ ਇੱਥੇ ਭਾਈ ਸਾਹਿਬ ਜੀ ਇਸ ਤੁਕ ਦੇ ਅੰਦਰ ਆਪਣਾ ਨਿਰਣਾ ਦੱਸਦੇ ਨੇ ਕਿ ਭਗਤੀ ਯੋਗ ਦੀ ਕਮਾਈ ਜਿਹੜੀ ਉਹ ਅਸਲ ਵਿੱਚ ਪੂਰੀ ਕਮਾਈ ਹੈ। ਭਾਵ ਉਹਨੇ ਕਿਹਾ ਪਤੰਜਲ ਰਿਸ਼ੀ ਨੇ ਕਿ ਯੋਗ ਦੀ ਕਮਾਈ ਬੜੀ ਵੱਡੀ ਹੈ, ਪਰ ਭਾਈ ਸਾਹਿਬ ਜੀ ਨਿਰਣਾ ਕਰਦੇ ਨਹੀਂ, ਜਿਹੜੀ ਭਗਤੀ ਯੋਗ ਹੈ ਨਾ ਉਹ ਤਾਂ ਸਰੀਰਕ ਯੋਗ ਹੈ, ਸਰੀਰ ਦੇ ਦੁਆਰਾ ਕਰਨ ਵਾਲਾ ਯੋਗ ਹੈ, ਪਰ ਭਗਤੀ ਜਿਹੜਾ ਉਹ ਮਨ ਦਾ ਯੋਗ ਹੈ। ਜਿਹਨੇ ਇਹ ਯੋਗ ਨੂੰ ਕੀਤਾ ਹੈ ਉਹਨੇ ਕੀ ਕੀਤਾ? ਹੱਥੋਂ ਹੱਥੀਂ ਪਾਈਐ, ਉਹ ਹੱਥੋਂ ਹੱਥੀਂ ਇਹਦਾ ਫਲ ਜਿਹੜਾ ਉਹ ਪ੍ਰਾਪਤ ਕਰਦਾ ਹੈ। ਭਾਵ ਜਿਵੇਂ ਹੀ ਮਨ ਦੀ ਸਾਧਨਾ ਕਰਦਾ, ਨਾਲ ਹੀ ਉਹਦੇ ਅੰਦਰ ਟਿਕਾਊ ਇਕਾਗਰਤਾ, ਗੁਰੂ ਕੀ ਆਸੀਸ, ਗੁਰੂ ਕੀ ਬਖਸ਼ਿਸ਼ ਜਿਹੜੀ ਉਹਨੂੰ ਪ੍ਰਾਪਤ ਹੋ ਜਾਂਦੀ ਹੈ। ਸੋ ਇਸ ਤਰ੍ਹਾਂ ਭਗਤੀ ਯੋਗ ਦੀ ਕਮਾਈ ਸਾਧਨਾ ਜਿਹੜੀ ਉਹ ਪੂਰੀ ਹੈ। ਨਾਮਦਾਨ ਇਸ਼ਨਾਨ ਸੋ ਭਾਈ। ਇਸ ਭਗਤੀ ਯੋਗ ਦਾ ਰੂਪ ਜਿਹੜਾ ਹੈ ਉਹ ਨਾਮਦਾਨ ਅਤੇ ਇਸ਼ਨਾਨ ਹੈ। ਭਾਵ ਨਾਮ ਦਾ ਦਾਨ ਕਰਨਾ ਅਤੇ ਇਸ਼ਨਾਨ ਭਾਵ ਨਿਸ਼ਕਾਮ ਹੋ ਕਰਕੇ ਕਰੇ ਸਾਰਾ ਕੁਛ ਜਿਹੜਾ ਹੈ। ਭਾਵ ਜਦੋਂ ਅਸੀਂ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਬਚਨ ਪੜ੍ਹਦੇ, ਕਰਮ ਕਰਤ ਹੋਵੈ ਨਿਹਕਾਮੀ ਤਿਸ ਕਉ ਹੋਤ ਪ੍ਰਾਪਤ ਸੁਆਮੀ। ਜੋ ਨਿਹਕਾਮੀ ਹੋ ਕਰਕੇ ਧਰਮ ਦੇ ਕਰਮ ਕਰਦਾ, ਧਰਮ ਦੇ ਇਸ਼ਨਾਨ, ਆਤਮਿਕ ਇਸ਼ਨਾਨ, ਨਾਮਦਾਨ, ਬਾਹਰੀ ਵਸਤੂਆਂ ਦੇ ਦਾਨ, ਸੋ ਇੱਥੇ ਭਾਈ ਸਾਹਿਬ ਜੀ ਕਹਿੰਦੇ ਜੋ ਇਸ ਤਰ੍ਹਾਂ ਕਰਦਾ ਹੈ ਉਹ ਸ੍ਰੇਸ਼ਟ ਸੁਭਾਅ ਦਾ ਮਾਲਕ ਹੈ ਅਤੇ ਉਹ ਪਰਮੇਸ਼ਰ ਦੀਆਂ ਜੋ ਬਖਸ਼ਿਸ਼ਾਂ ਹਨ ਉਹਨਾਂ ਨੂੰ ਪਾ ਲੈਂਦਾ ਹੈ। ਸੋ ਭਾਵਅਰਥ ਇਸ ਪੌੜੀ ਦਾ ਇਹੀ ਹੈ ਕਿ ਸਮਾਂ ਜਦੋਂ ਲੰਘਦਾ ਹੈ, ਨਾਮਦਾਨ ਇਸ਼ਨਾਨ ਸੋ ਭਾਈ, ਭਾਵ ਇਹ ਦੱਸਦੇ ਨੇ ਕਿ ਜਦੋਂ ਸਮਾਂ ਲੰਘ ਜਾਏ ਉਦੋਂ ਮਨੁੱਖ ਦੇ ਹੱਥ ਵਿੱਚ ਕੁਝ ਵੀ ਨਹੀਂ ਆਉਂਦਾ। ਸੋ ਸਾਰਿਆਂ ਯੁੱਗਾਂ ਦੇ ਵਿੱਚ ਮਨੁੱਖ ਜਿਹੜਾ ਉਹ ਵੱਖੋ ਵੱਖਰੇ ਕਰਮ ਜਿਹੜੇ ਉਹ ਕਰਦਾ ਆਇਆ ਹੈ। ਸਾਰਿਆਂ ਯੁੱਗਾਂ ਦੇ ਵਿੱਚ ਪਤੰਜਲ ਰਿਸ਼ੀ ਨੇ ਆਪਣਾ ਮਤ ਜਿਹੜਾ ਹੈ ਉਹ ਦੱਸ ਦਿੱਤਾ ਹੈ, ਪਰ ਭਾਈ ਸਾਹਿਬ ਜੀ ਕਹਿੰਦੇ ਭਗਤੀ ਦੇ ਦੁਆਰਾ ਹੀ ਪਰਮੇਸ਼ਰ ਦੀ ਪ੍ਰਾਪਤੀ ਹੈ। ਇਸ ਤੋਂ ਉਪਰੰਤ 15ਵੀਂ ਪੌੜੀ ਦੇ ਅੰਦਰ ਫਿਰ ਜ਼ਿਕਰ ਕਰਦੇ ਨੇ
ਕਿ ਸਾਰਿਆਂ ਯੁੱਗਾਂ ਦੇ ਅੰਦਰ ਮਨੁੱਖ ਜਿਹੜਾ ਹੈ ਉਹ ਵਾਸ਼ਨਾ ਦਾ ਬੱਧਾ ਆਉਂਦਾ ਹੈ, ਸਮੇਂ-ਸਮੇਂ 'ਤੇ ਚੁੱਕਦਾ ਹੈ। ਕਿਉਂਕਿ ਬਾਣੀ ਅੰਦਰ ਸਾਹਿਬ ਕਹਿੰਦੇ, ਇਸ ਪੌੜੀ 'ਤੇ ਜੋ ਨਰ ਚੁੱਕੈ ਆਏ ਜਾਏ ਦੁੱਖ ਪਾਏਂਦਾ। ਸੋ ਭਾਈ ਸਾਹਿਬ ਜੀ ਇੰਝ ਕਹਿ ਦਈਏ, ਉਸ ਆਉਣ ਜਾਣ ਦੀਆਂ, ਇਸ ਮਨੁੱਖਾ ਪੌੜੀ ਤੋਂ ਚੁੱਕ ਜਾਣ ਦੀਆਂ ਉਹਨਾਂ ਪੰਕਤੀਆਂ ਦੀ ਵਿਆਖਿਆ ਕਰਦੇ ਨੇ। 15ਵੀਂ ਪੌੜੀ ਦੀ ਪ੍ਰਾਰੰਭਤਾ ਹੈ, ਜੁਗ ਜੁਗ ਮੇਰ ਸਰੀਰ ਕਾ ਵਾਸਨਾ ਬੱਧਾ ਆਵੈ ਜਾਵੈ। ਭਾਵ ਕਿ ਇਹ ਜਿਹੜਾ ਮੇਰੂ ਸਰੀਰ ਪਹਿਲੀਆਂ ਪੌੜੀਆਂ ਦੇ ਵਿੱਚ ਵੀ ਆਪਾਂ ਸਰਵਣ ਕੀਤਾ ਸੀ। ਸੋ ਜਿਸ ਤਰ੍ਹਾਂ ਆਸਾ ਕੀ ਵਾਰ ਅੰਦਰ ਵੀ ਸਾਹਿਬ ਜੀ ਨੇ ਇਸ ਸਰੀਰ ਨੂੰ ਮੇਰੂ ਸਰੀਰ ਵਰਣਨ ਕੀਤਾ। ਮੇਰੂ ਦਾ ਅਰਥ ਜਿਵੇਂ ਪਰਬਤਾਂ ਦੇ ਵਿੱਚੋਂ ਸੁਮੇਰ ਪਰਬਤ ਵੱਡਾ ਹੈ। ਮਾਲਾ ਦੇ ਮਣਕੇ ਜਦੋਂ ਫੇਰੇ ਜਾਂਦੇ ਨੇ ਤਾਂ ਮਾਲਾ ਦੇ ਵਿੱਚ ਮੇਰੂ ਮਣਕਾ ਸਾਰਿਆਂ ਤੋਂ ਉੱਚਾ, ਹਾਲੇ ਕਿ ਉਹ ਮਣਕਾ ਜਪਣ ਦੇ ਵਿੱਚ ਕਿਸੇ ਗਿਣਤੀ ਵਿੱਚ ਨਹੀਂ ਆਉਂਦਾ, ਪਰ ਹੈ ਸਾਰਿਆਂ ਤੋਂ ਉੱਪਰ ਹੈ। ਇੱਕ ਅੰਗੀ ਉਦਾਹਰਣ ਜਦੋਂ ਲਵਾਂਗੇ, ਉਹ ਹੈ ਉੱਪਰ ਹੈ, ਬੇਸ਼ੱਕ ਉਹ ਕਿਸੇ ਗਿਣਤੀ 'ਚ ਨਹੀਂ, ਪਰ ਮਨੁੱਖਾ ਜਨਮ ਜਿਹੜਾ ਇਹ ਇੱਕ ਅੰਗੀ ਉਦਾਹਰਣ ਮੰਨ ਕੇ ਨਾ ਲਵਾਂਗੇ ਤੇ ਸਾਰਿਆਂ ਤੋਂ ਉੱਪਰ ਹੈ। ਪਰ ਜੇ ਅਸੀਂ ਕਹੀਏ ਫਿਰ ਉਹ ਤਾਂ ਕੰਮ ਨਹੀਂ ਆਉਂਦਾ, ਪਰ ਮਨੁੱਖਾ ਜਨਮ ਜਿਹੜਾ ਇਹ ਬਹੁਤ ਦੁਰਲੱਭ ਹੈ। ਸੋ ਇੱਥੇ ਜ਼ਿਕਰ ਕਰਦੇ ਨੇ ਕਿ ਮੇਰੂ ਸਰੀਰ, ਭਾਵ ਸਾਰੇ ਸਰੀਰ, ਪਸ਼ੂ ਪੰਛੀ ਜਿਤਨੇ ਕੀੜੇ ਮਕੌੜੇ, ਇਹਨਾਂ ਸਾਰਿਆਂ ਕੋਲ ਸਰੀਰ ਹੈ, ਪਰ ਇਹਨਾਂ ਸਾਰਿਆਂ ਤੋਂ ਸ਼੍ਰੋਮਣੀ ਉੱਚਾ ਸ੍ਰੇਸ਼ਟ ਸਰੀਰ ਜਿਹੜਾ ਉਹ ਮਨੁੱਖਾ ਸਰੀਰ ਹੈ। ਭਾਵ ਇਹ ਜੀਵ ਆਤਮਾ, ਇੱਕ ਤਾਂ ਮਨੁੱਖਾ ਸਰੀਰ ਸਾਰਿਆਂ ਤੋਂ ਸਮੇਰੂ ਸਰੀਰ ਜੋ ਸਥੂਲ ਰੂਪ ਦੇ ਅੰਦਰ ਹੈ, ਫਿਰ ਇਹਦੇ ਅੰਦਰ ਜਿਹੜਾ ਸੂਖਮ ਸਰੀਰ ਹੈ ਉਹ ਇਸ ਤੋਂ ਵੀ ਉੱਚਾ ਹੈ। ਮਨੁੱਖਾ ਸਰੀਰ ਬਾਹਰੀ ਸਰੀਰਾਂ 'ਚੋਂ ਉੱਚਾ, ਜਿਹੜਾ ਜੀਵ ਆਤਮਾ ਹੈ ਉਹ ਇਸ ਮਨੁੱਖਾ ਸਰੀਰ ਦਾ ਵੀ ਸਿਖਰ ਹੈ। ਸੋ ਇਸ ਤਰ੍ਹਾਂ ਕਹਿੰਦੇ ਇਹ ਵਾਸ਼ਨਾ ਦਾ ਬੱਧਾ ਹੋਇਆ ਸੂਖਮ ਸਰੀਰ ਜਿਹੜਾ ਇਹ ਵਾਰ-ਵਾਰ ਸੰਸਾਰ ਦੇ ਉੱਤੇ ਜੀਵਾਤਮਾ ਜਿਹੜਾ ਇਹ ਆਉਂਦਾ ਹੈ, ਜੰਮਦਾ ਹੈ, ਮਰਦਾ ਹੈ। ਫਿਰ ਵਟਾਈਐ ਗਿਆਨੀ ਹੋਏ ਮਰਮ ਕਉ ਪਾਵੈ। ਫਿਰ ਭਾਵ ਕਿ ਵਾਰ-ਵਾਰ ਫੇਰ ਵਟਾਈਐ, ਇਹ ਜੀਵਾਤਮਾ ਜਿਹੜਾ ਇਹ ਦੇਹੀ ਨੂੰ ਵਟਾਉਂਦਾ ਹੈ। ਇਹ ਆਤਮਾ ਇੱਕ ਹੀ ਰਹਿੰਦੀ, ਕਦੀ ਕਿਸੇ ਦੇਹੀ 'ਚ ਵੜ ਜਾਂਦੀ ਹੈ, ਕਦੀ ਕਿਸੇ ਦੇਹੀ 'ਚ। ਜਿਵੇਂ ਇੱਕ ਮਨੁੱਖ ਰੋਜ਼ ਕੱਪੜੇ ਬਦਲਦਾ ਹੈ, ਕਦੀ ਕੋਈ ਕੱਪੜੇ ਪਾਉਂਦਾ ਹੈ, ਕਦੀ ਕੋਈ ਕੱਪੜੇ ਪਾ ਲੈਂਦਾ। ਸੋ ਇਸ ਤਰ੍ਹਾਂ ਇਹ ਜੀਵ ਆਤਮਾ ਵਾਰ-ਵਾਰ ਫੇਰ ਵਟਾਈਐ ਮਨੁੱਖਾ ਸਰੀਰ ਜਿਹੜੇ ਹੈ ਇਹਨਾਂ ਨੂੰ ਵਟਾਉਂਦੀ ਹੈ। ਪਰ ਗਿਆਨੀ ਹੋਏ ਮਰਮ ਕਉ ਪਾਵੈ, ਕੋਈ ਗਿਆਨਵਾਨ ਪੁਰਖ, ਕੋਈ ਤਤ ਬੇਤਾ ਸਤਪੁਰਖ ਗਿਆਨੀ ਪੁਰਖ ਹੋਵੇ ਤਾਂ ਉਹ ਇਸ ਮਰਮ ਨੂੰ, ਇਸ ਰਹੱਸ ਨੂੰ ਬੜੀ ਚੰਗੀ ਤਰ੍ਹਾਂ, ਬੜੀ ਬਾਰੀਕੀ, ਬੜੀ ਭਲੀ ਪ੍ਰਕਾਰ ਇਹਨੂੰ ਸਮਝਦਾ ਹੈ। ਸਤਿਯੁਗ ਦੂਜਾ ਭਰਮ ਕਰ, ਤ੍ਰੇਤੇ ਵਿੱਚ ਜੋਨੀ ਫਿਰ ਆਵੈ। ਸਤਿਯੁਗ ਵਿੱਚ ਦਵੈਤ ਦਾ ਭਰਮ ਸੀ। ਜਦੋਂ ਪਿਛਲੀਆਂ ਪੌੜੀਆਂ ਵੀ ਆਪਾਂ ਸਰਵਣ ਕੀਤੀਆਂ ਨੇ, ਲੱਖਾਂ ਵਰ੍ਹਿਆਂ ਦੀ ਉਮਰ ਸੀ ਬੇਸ਼ੱਕ, ਪਰ ਬਹੁਤ ਧਰਮ ਦੇ ਕਰਮ ਕਰਦਿਆਂ ਵੈਰਾਗੀ ਤਿਆਗੀ ਹੋਣ ਦੇ ਬਾਵਜੂਦ ਵੀ ਸੰਸਾ ਮਨੋਂ ਨਾ ਉਤਰ ਹੈ। ਕੱਲ ਸਤਿਯੁਗ ਦੇ ਜਿਹੜੇ ਜੀਵ ਸੀ ਉਹਨਾਂ ਦੇ ਮਨ 'ਚੋਂ ਸੰਸਾ ਨਹੀਂ ਸੀ ਉਤਰਦਾ ਪਿਆ, ਉਹ ਭਰਮ ਦੀ ਦੁਨੀਆ ਦੇ ਵਿੱਚ ਫਸੇ ਹੋਏ ਸਨ। ਦਵੈਤ ਭਾਵ ਦੇ ਵਿੱਚ ਅੰਦਰ ਜਿਹੜਾ ਸੀ ਉਹ ਦੁਬਿਧਾ ਬੌਰੀ ਮਨ ਬੌਰਾਇਆ ਇਸ ਅਵਸਥਾ ਦੇ ਵਿੱਚ ਹੋ ਗਏ ਸਨ। ਸੋ ਇਸ ਲਈ ਜ਼ਿਕਰ ਕਰਦੇ ਸਤਿਯੁਗ ਦੇ ਵਿੱਚ ਦਵੈਤ ਭਾਵ ਦੇ ਵਿੱਚ ਲੱਗੇ ਹੋਏ ਸਨ। ਤ੍ਰੇਤੇ ਵਿੱਚ ਜੋਨੀ ਫਿਰ ਆਵੈ, ਤੇ ਤ੍ਰੇਤੇ ਵਿਖੇ ਫੇਰ ਵਾਰ-ਵਾਰ ਜੂਨਾਂ ਜਿਹੜੀਆਂ ਸੀ ਉਹ ਮਨੁੱਖਾਂ ਨੇ ਧਾਰੀਆਂ, ਜਾਂ ਮਨੁੱਖ ਜਿਹੜਾ ਉਹ ਧਾਰਨ ਕਰਦਾ ਹੈ। ਤ੍ਰੇਤੇ ਕਰਮਾ ਬੱਧ ਤੇ ਦੁਆਪਰ ਫਿਰ ਅਵਤਾਰ ਕਰਾਵੈ। ਤੇ ਤ੍ਰੇਤੇ ਦੇ ਵਿਖੇ ਕਰਮਾਂ ਦੇ ਬੰਧਨਾਂ ਨਾਲ ਬੱਝਾ ਹੋਇਆ ਜੀਵ ਜਿਹੜਾ, ਕਿਉਂਕਿ ਤ੍ਰੇਤੇ ਦੇ ਵਿੱਚ ਕਰਮ ਪ੍ਰਧਾਨ ਸਨ, ਸਤਿਯੁਗ ਦੇ ਅੰਦਰ ਭਗਤੀ ਪ੍ਰਧਾਨ ਸੀ, ਵੈਰਾਗ ਤਿਆਗ ਪ੍ਰਧਾਨ ਸੀ। ਸੋ ਤ੍ਰੇਤੇ ਦੇ ਅੰਦਰ ਕਰਮ ਪ੍ਰਧਾਨ ਸਨ। ਇਸ ਲਈ ਕਹਿੰਦੇ ਜਦੋਂ ਤ੍ਰੇਤੇ ਦੇ ਵਿੱਚ ਕਰਮਾਂ ਬੱਧ ਤੇ ਕਰਮਾਂ ਦਾ ਬੱਧਿਆ ਹੋਇਆ ਜੀਵ ਫਿਰ ਅੱਗੇ ਦੁਆਪਰ ਦੇ ਵਿੱਚ ਵਾਰ-ਵਾਰ ਅਵਤਾਰ ਧਾਰਨ ਕਰਦਾ ਹੈ, ਵਾਰ-ਵਾਰ ਫਿਰ ਅਗਲੇ ਦੁਆਪਰ ਯੁੱਗ ਦੇ ਵਿੱਚ ਆਇਆ। ਫਿਰ ਦੁਆਪਰ ਮਮਤਾ ਅਹੰਕਾਰ ਹਉਮੈ ਅੰਦਰ ਗਰਭ ਗਲਾਵੈ। ਜਦੋਂ ਦੁਆਪਰ ਦੇ ਵਿੱਚ ਆਇਆ, ਹੰਕਾਰ ਦਾ ਮਾਰਿਆ, ਭਾਵ ਸਤਿਯੁਗ ਦੇ ਵਿੱਚੋਂ ਤ੍ਰੇਤੇ 'ਚ ਆ ਗਿਆ, ਕਿਉਂਕਿ ਸਤਿਯੁਗ 'ਚ ਭਰਮ 'ਚ ਪਿਆ ਸੀ, ਉਹਦੇ ਕਰਕੇ ਤ੍ਰੇਤੇ 'ਚ ਆ ਗਿਆ। ਤ੍ਰੇਤੇ ਦੇ ਵਿੱਚ ਆਇਆ ਤਾਂ ਕਰਮ ਕਰਨ ਲੱਗ ਪਿਆ, ਉਦੋਂ ਵੀ ਛੁਟਕਾਰਾ ਨਾ ਹੋਇਆ। ਕਰਮਾਂ ਦਾ ਬੱਧਾ ਹੋਇਆ ਦੁਆਪਰ ਯੁੱਗ ਦੇ ਵਿੱਚ ਆ ਇਹਨੇ ਅਵਤਾਰ ਧਾਰਿਆ। ਜਦੋਂ ਦੁਆਪਰ ਦੇ ਵਿੱਚ ਆਇਆ,
ਛੁਟਕਾਰਾ ਉੱਥੇ ਵੀ ਨਾ ਹੋ ਸਕਿਆ। 2 ਯੁੱਗ ਭਟਕ ਕੇ ਤੀਜੇ ਤੱਕ ਪਹੁੰਚ ਗਿਆ। ਪਰ ਦੁਖਾਂਤ ਜਾਂ ਸਚਾਈ ਇਹ ਬਣੀ ਕਿ ਦੁਆਪਰ ਦੇ ਵਿੱਚ ਮਮਤਾ ਤੇ ਅੰਦਰ ਦਾ ਹੰਕਾਰ ਬਹੁਤ ਜ਼ਿਆਦਾ ਵੱਧ ਗਿਆ, ਜਿਸ ਦੇ ਕਰਕੇ ਹਉਮੈ ਅੰਦਰ ਗਰਭ ਗਲਾਵੈ। ਮਨੁੱਖ ਮੈਂ ਕਰਦਾ, ਮੈਂ ਹੀ ਬਹੁਤ ਵੱਡਾ ਹਾਂ, ਮੈਂ ਹੀ ਸਾਰਿਆਂ ਤੋਂ ਉੱਚਾ ਹਾਂ, ਮੈਂ ਹੀ ਸ੍ਰੇਸ਼ਟ ਹਾਂ, ਮੈਂ ਹੀ ਸ਼੍ਰੋਮਣੀ ਹਾਂ। ਬਸ ਆਪਣੇ ਅਹਮ, ਆਪਣੇ ਹੰਕਾਰ ਦੇ ਵਿੱਚ ਫਿਰਦਾ ਹੋਇਆ ਆਪਣੇ ਗਰਭ ਦੇ ਵਿੱਚ ਗਲ ਜਾਂਦਾ ਹੈ। ਭਾਵ ਆਪਣੇ ਹੰਕਾਰ ਦੇ ਵਿੱਚ ਗਲ ਗਿਆ, ਆਪਣੇ ਹੰਕਾਰ ਦੇ ਵਿੱਚ ਸੜ ਗਿਆ, ਆਪਣੇ ਹੰਕਾਰ ਦੇ ਵਿੱਚ ਹੀ ਮਨੁੱਖ ਜਿਹੜਾ ਉਹ ਮਰ ਜਾਂਦਾ ਹੈ। 3 ਜੁਗਾਂ ਕੇ ਕਰਮ ਕਰ, ਜਨਮ ਮਰਨ ਸੰਸਾਰ ਨਾ ਚੁਕਾਵੈ। 3 ਜੁਗਾਂ ਦੇ ਕਰਮ ਤਾਂ ਕਰਦਾ ਰਿਹਾ ਇਹ ਮਨੁੱਖ, ਪਰ ਭਾਈ ਸਾਹਿਬ ਜੀ ਕਹਿੰਦੇ ਜਨਮ ਮਰਨ ਦਾ ਸੰਸਾਰ ਫਿਰ ਵੀ ਨਾ ਅਦਾ ਗਿਆ। ਸਤਯੁਗ ਤੋਂ ਤ੍ਰੇਤੇ 'ਚ ਆ ਗਿਆ, ਤ੍ਰੇਤੇ 'ਚੋਂ ਦੁਆਪਰ 'ਚ ਆ ਗਿਆ। ਇੰਨੇ ਯੁੱਗ ਭਰਮਣ ਤੋਂ ਬਾਅਦ ਇਹਨੇ ਵੈਰਾਗ ਵੀ ਕਰ ਲਿਆ, ਇਹਨੇ ਕਰਮ ਵੀ ਕਰ ਲਏ, ਹੰਕਾਰ ਵੀ ਧਾਰਨ ਕਰ ਲਿਆ, ਪਰ ਭਰਮ ਦਾ ਸੰਸਾਰ ਜਿਹੜਾ ਅੰਦਰੋਂ ਫਿਰ ਵੀ ਨਹੀਂ ਗਿਆ। ਭਾਵ ਪ੍ਰਾਪਤੀ ਜਿਹੜੀ ਸੀ ਪਰਮਾਤਮਾ ਦੀ ਉਹ ਫਿਰ ਵੀ ਨਾ ਹੋ ਸਕੀ। ਤਾਂ ਅੱਗੇ ਜ਼ਿਕਰ ਕਰਕੇ ਕਹਿੰਦੇ ਨੇ ਜਦੋਂ 3 ਯੁੱਗਾਂ ਦੇ ਕਰਮ ਕਰਕੇ ਸੰਸਾਰ ਮਨ 'ਚੋਂ ਨਹੀਂ ਗਿਆ, ਫਿਰ ਕਲਯੁਗ ਅੰਦਰ ਦੇਹ ਧਰ, ਕਰਮਾਂ ਅੰਦਰ ਫੇਰ ਫਸਾਵੈ। ਹੁਣ ਦੁਆਪਰ ਤੋਂ ਬਾਅਦ ਆਪਾਂ ਕਲਯੁਗ ਦੇ ਵਿੱਚ ਦੇਹੀਆਂ ਧਾਰਨ ਕਰ ਲਈਆਂ। ਇੰਝ ਸਮਝ ਲਓ ਇੱਕ ਅਰਥ ਦੇ ਅੰਦਰ ਆਪਾਂ ਉਹੀ ਜੀਵ ਹਾਂ ਸਾਰੇ ਜਿਹੜੇ ਸਤਯੁਗ ਤੋਂ ਭਰਮ ਦੇ ਤੁਰੇ ਆਉਂਦੇ ਆ, ਕਿਉਂਕਿ ਟਿਕਾ ਸਾਨੂੰ ਮਿਲਿਆ ਨਹੀਂ, ਪਰਮਾਤਮਾ ਦੀ ਅਭੇਦਤਾ ਸਾਨੂੰ ਹੋਈ ਨਹੀਂ। ਯੁੱਗ ਬਦਲੇ, ਸਦੀਆਂ ਬਦਲੀਆਂ, ਧਰਤੀਆਂ ਬਦਲੀਆਂ, ਪਰ ਜੀਵਾਤਮਾ ਤੇ ਉਹੀ ਰਿਹਾ। ਭਾਵੇਂ ਸਤਯੁਗ ਸੀ, ਆਤਮਾ ਕਦੀ ਪੁਰਾਣੀ ਨਹੀਂ ਹੈ। ਸਤਯੁਗ 'ਚ ਵੀ ਜਿਹੜੀ ਅੱਜ ਮੇਰੇ ਸਰੀਰ ਅੰਦਰ ਆਤਮਾ ਹੈ, ਇਹ ਨਹੀਂ ਵੀ ਪਹਿਲੀ ਵਾਰ ਮੇਰੇ ਸਰੀਰ 'ਚ ਆਈ, ਅਤੇ ਇਹ ਵੀ ਨਹੀਂ ਕਿ ਇਸ ਤੋਂ ਪਹਿਲਾਂ ਨੇ ਇੱਕ ਵਾਰ ਹੀ 84 ਲੱਖ ਭੋਗੀ ਹੈ। ਪਤਾ ਨਹੀਂ 84 ਲੱਖ ਜੂਨ ਇਹਨੇ 84 ਲੱਖ ਵਾਰ ਹੀ ਭੋਗ ਦਿੱਤੀ ਹੋਵੇ। ਇਹ ਨਹੀਂ ਕਹਿ ਸਕਦੇ ਕਿ ਸਿਰਫ ਕਲਯੁਗ 'ਚ, ਇਸ ਤੋਂ ਪਿਛਲੇ ਯੁੱਗ ਵੀ ਇਸ ਆਤਮਾ ਨੇ ਵੇਖੇ ਨੇ। ਸੋ ਇਸ ਤਰ੍ਹਾਂ ਭਾਈ ਸਾਹਿਬ ਜ਼ਿਕਰ ਕਰਦੇ ਨੇ ਕਿ ਵਾਰ-ਵਾਰ ਫਿਰ ਧਰਮਾਂ ਦੇ ਇਸ ਕਲਯੁਗ ਦੇ ਅੰਦਰ ਦੇਹ ਧਾਰ ਕੇ ਕਰਮਾਂ ਦੇ ਵਿੱਚ ਫਸਾਈ ਗਿਆ। ਸੋ ਭਾਵ ਇਹ ਕਿ ਇਸ ਸਰੀਰ ਦਾ ਜਿਹੜਾ ਸਾਰਿਆਂ ਤੋਂ ਸ਼੍ਰੋਮਣੀ ਜੀਵ ਆਤਮਾ ਸੀ, ਉਹਨੇ ਬਹੁਤ ਲੰਬੇਰਾ ਪੰਧ ਤੈਅ ਕੀਤਾ, ਪਰ ਨਿਰਣਾ ਕਰਕੇ ਦੱਸਦੇ ਨੇ ਅਵਸਰ ਚੁੱਕਾ ਹੱਥ ਨਾ ਆਵੈ। ਪਰ ਹਰ ਵਾਰ ਮਨੁੱਖ ਦਾ ਸਮਾਂ ਜਿਹੜਾ ਸੀ ਉਹ ਚੁੱਕ ਗਿਆ। ਜਿਵੇਂ ਆਪਾਂ ਕਹਿੰਦੇ ਹੁੰਨੇ ਕੋਈ ਮੁਕਾਬਲਾ ਹੋਵੇ, ਛੋਟੀ ਜਿਹੀ ਗਲਤੀ ਹੋ ਜਾਏ, ਆਪਾਂ ਕਹਿੰਦੇ ਮੇਰਾ ਉੱਥੇ ਧਿਆਨ ਚੁੱਕ ਗਿਆ, ਮੇਰਾ ਧਿਆਨ ਹਟ ਗਿਆ। ਜਦੋਂ ਹਟ ਗਿਆ ਸਾਰੀ ਖੇਡ ਹੀ ਪਲਟ ਗਈ। ਸੋ ਇਸ ਤਰ੍ਹਾਂ ਇਸ ਜ਼ਿੰਦਗੀ ਦੇ ਵਿੱਚ ਆ ਜਿਹੜਾ ਸਰੀਰ ਮਿਲਿਆ ਇੱਕ ਅਵਸਰ ਮਿਲਿਆ, ਇਹੀ ਤੇਰਾ ਅਵਸਰ, ਇਹੀ ਤੇਰੀ ਵਾਰ। ਸੋ ਇਹੀ ਅਵਸਰ ਮਿਲਿਆ, ਇਹੀ ਇੱਕੋ ਇੱਕ ਸਮਾਂ ਮਿਲਿਆ ਹੈ। ਜਦੋਂ ਇਹ ਅਵਸਰ ਜਿਹੜਾ ਹੈ ਇੱਕ ਵਾਰ ਚੁੱਕ ਗਿਆ, ਜਿਹਨੂੰ ਸਾਹਿਬ ਕਹਿੰਦੇ ਇਸ ਪੌੜੀ ਤੇ ਜੋ ਨਰ ਚੁੱਕੈ ਆਏ ਜਾਏ ਦੁੱਖ ਪਾਏਂਦਾ। ਪੌੜੀ ਇੱਕੋ ਹੀ ਹੁੰਦੀ ਹੈ। ਉਸ ਪੌੜੀ ਨੂੰ ਤੁਸੀਂ ਭਾਵੇਂ ਤੇ ਛੱਤ ਨਾਲ ਲਾ ਕੇ ਕੋਠੇ ਤੇ ਚੜ੍ਹ ਜਾਓ, ਅਤੇ ਭਾਵੇਂ ਉਹਨੂੰ ਖੂਹ ਦੇ ਵਿੱਚ ਲਮਕਾ ਕੇ ਥੱਲੇ ਚਲੇ ਜਾਓ, ਪੌੜੀ ਉਹੀ ਹੈ। ਭਾਵੇਂ ਥੱਲੇ ਨੂੰ ਉਤਰ ਜਾਓ ਅਤੇ ਭਾਵੇਂ ਉਤਾਂਹ ਨੂੰ ਚੜ੍ਹ ਜਾਓ। ਮਨੁੱਖਾ ਜੀਵਨ ਇਹੀ ਹੈ। ਭਾਵੇਂ ਇਹਦੇ 'ਚ ਬੰਦਗੀ ਕਰਕੇ ਪਰਮਾਤਮਾ ਨਾਲ ਅਭੇਦ ਹੋ ਜਾਓ, ਉਤਾਂਹ ਚਲੇ ਜਾਓ, ਭਾਵ ਉੱਚੀਆਂ ਸੁਰਤਾਂ ਦੇ ਮਾਲਕ ਬਣ ਜਾਓ, ਮਨੁੱਖਾਂ ਤੋਂ ਦੇਵਤਿਆਂ ਵਰਗੇ ਮਨੁੱਖ ਬਣ ਜਾਓ, ਅਤੇ ਭਾਵੇਂ ਇਸੇ ਮਨੁੱਖਾ ਜਨਮ ਦੇ ਵਿੱਚ ਮੰਦ ਕਰਮ ਕਰਕੇ ਪਾਤਾਲ ਦੇ ਵਿੱਚ ਗਰਕ ਹੋ ਜਾਓ, ਮਾੜੀਆਂ ਜੂਨਾਂ 'ਚ ਪੈ ਜਾਓ, ਪੌੜੀ ਇਹੀ ਹੈ। ਭਾਵੇਂ ਖੂਹ 'ਚ ਲਾ ਲਓ ਅਤੇ ਭਾਵੇਂ ਛੱਤ ਨਾਲ ਲਾ ਲਓ। ਸੋ ਇਸ ਤਰ੍ਹਾਂ ਜੋ ਮਨੁੱਖ ਇਸ ਪੌੜੀ ਤੋਂ ਚੁੱਕ ਗਿਆ, ਉਹ ਫਿਰ ਕਿਤੇ ਉਹਦੇ ਪਰਤ ਕੇ ਛੇਤੀ ਇਹ ਸਮਾਂ, ਇਹ ਅਵਸਰ ਜਿਹੜਾ ਹੱਥ ਨਹੀਂ ਆਉਂਦਾ। ਭਾਵ ਭਾਈ ਸਾਹਿਬ ਜੀ ਨੇ ਇਸ ਪੌੜੀ 'ਚ ਸਾਨੂੰ ਸਮਝਾਇਆ, ਯੁੱਗਾਂ ਦੇ ਪਲਟਣਦਿਆਂ ਵਾਰ-ਵਾਰ ਦੂਜੇ ਯੁੱਗਾਂ ਦੇ ਵਿੱਚ ਜੰਮਦੇ ਮਰਦੇ ਰਹਿਣ ਦੇ ਬਾਅਦ ਕਰਮਾਂ ਦੇ ਗੇੜ ਨੇ ਆਵਾਗਾਉਣ ਦਾ ਚੱਕਰ ਜਿਹੜਾ ਉਹ ਸਾਡਾ ਨਹੀਂ ਟੁੱਟਣ ਦਿੱਤਾ। ਉਹ ਆਵਾਗਾਉਣ ਦਾ ਚੱਕਰ ਜਿਹੜਾ ਉਹ ਸਾਡਾ ਬਣਿਆ ਰਿਹਾ। ਇਹ ਕਰਮ ਪ੍ਰਧਾਨੀ ਲੋਕਾਂ ਦਾ ਮਤ ਹੈ, ਜਿਹੜੇ ਕਰਮਾਂ ਨੂੰ ਪ੍ਰਧਾਨ ਮੰਨਦੇ ਸਨ। ਇਸ ਪੌੜੀ 'ਚ ਉਹਨਾਂ ਦਾ ਖੰਡਨ ਕੀਤਾ, ਜਿਹੜੇ ਕਹਿੰਦੇ ਸੀ ਕਰਮ ਬਹੁਤ ਵੱਡੀ ਚੀਜ਼ ਨੇ, ਕਰਮ ਕਰੋ ਆਹ ਹੋ ਜੂ ਆਹ ਹੋ ਜੂ। ਹਾਲਾਂਕਿ ਸਾਹਿਬ ਨੇ ਬਾਣੀ 'ਚ ਵਾਰ-ਵਾਰ ਜ਼ਿਕਰ ਕੀਤਾ ਤੂੰ ਕਰਮ ਕਰ, ਪਰ ਨਿਹ ਕਰਮੀ ਹੋ ਕੇ ਕਰ। ਪਰ ਕੁਝ ਐਸੇ ਮਤ ਸੀ ਜਿਹੜੇ ਕਹਿੰਦੇ ਬਸ ਕਰਮ ਕਰੋ, ਕਰਮਾਂ 'ਤੇ ਦਾਅਵੇ ਠੋਕ ਕੇ ਕਰੋ ਵੀ ਅਸੀਂ ਕੀਤੇ ਅਤੇ ਤੁਹਾਨੂੰ ਸਵਰਗ ਮਿਲ ਜਾਏਗਾ। ਸੋ ਇਸ ਪੌੜੀ 'ਚ ਇਹ ਸਮਝਾਇਆ ਕਿ ਜਿਹੜੇ ਕਰਮ ਪ੍ਰਧਾਨੀ ਲੋਕ ਸਨ, ਉਹਨਾਂ ਦਾ
ਕੁਛ ਨਹੀਂ ਸੰਸਾਰ ਤੇ ਬਣ ਸਕਿਆ। ਉਹ ਜਿਉਂ ਸਤਯੁਗ ਤੋਂ ਕਰਮ ਕਰਨ ਲੱਗੇ ਕਲਯੁਗ ਤੱਕ ਪਹੁੰਚ ਗਏ, ਛੁਟਕਾਰਾ ਉਹਨਾਂ ਦਾ ਫਿਰ ਵੀ ਨਾ ਹੋ ਸਕਿਆ। ਸੋ ਭਾਈ ਸਾਹਿਬ ਨੇ ਇਹ ਕਥਨ ਕੀਤਾ ਕਿ ਵਾਸ਼ਨਾ ਨਹੀਂ ਮਿਟਦੀਆਂ ਹਨ ਮਨੁੱਖ ਦੇ ਅੰਦਰੋਂ, ਵਾਸ਼ਨਾ ਕਰਕੇ ਫਿਰ ਜੀਵ ਜਿਹੜਾ ਉਹ ਚੁੱਕ ਜਾਂਦਾ ਹੈ ਤੇ ਵਾਰ-ਵਾਰ ਜੰਮਦਾ ਮਰਦਾ ਹੈ। ਅੱਗੇ 16ਵੀਂ ਪੌੜੀ ਦੇ ਵਿੱਚ ਹੁਣ ਕਿਰਪਾ ਕਰਦੇ ਹਨ। ਕਲਯੁਗ ਕੀ ਸੁਣ ਸਾਧਨਾ, ਕਰਮ ਕਿਰਤ ਕੀ ਚੱਲੈ ਨਾ ਕਾਈ। ਹੁਣ ਕਲਯੁਗ ਦੀ ਸਾਧਨਾ ਸੁਣੋ। ਪਿਛਲੇ ਤਾਂ 3 ਯੁੱਗਾਂ ਦੀ ਸਾਧਨਾ, ਫਿਰ 3 ਯੁੱਗਾਂ ਦੇ ਜਿਹੜੇ 4 ਵੇਦ ਸਨ, 4 ਯੁੱਗਾਂ ਦੇ 4 ਵੇਦ, ਉਹਨਾਂ ਦੀ ਵਿਆਖਿਆ ਵੀ ਸੁਣੀ, ਫਿਰ ਸ਼ਾਸਤਰਾਂ ਦੀ ਵਿਆਖਿਆ ਵੀ ਸੁਣ ਲਈ। ਹੁਣ ਕਲਯੁਗ ਦੇ ਵਿੱਚ ਕੀ ਹੈ? ਕਰਮ ਕਿਰਤ ਕੀ ਚੱਲੈ ਨਾ ਰਾਈ, ਭਾਵ ਕਿ ਰਾਈ ਜਿੰਨੀ ਵੀ, ਕਾਈ ਵੀ ਪਾਠ ਆਉਂਦਾ, ਰਾਈ ਵੀ, ਭਾਵ ਰਾਈ ਜਿੰਨੀ ਵੀ ਕਲਯੁਗ ਦੇ ਅੰਦਰ ਕਰਮਾਂ ਦੀ ਸਾਧਨਾ ਨਹੀਂ ਚੱਲਦੀ। ਕਿਉਂਕਿ ਪਿੱਛੇ ਵੀ ਜ਼ਿਕਰ ਕੀਤਾ ਹੱਥੋਂ ਹੱਥ ਨਚਾਈਐ, ਇਹ ਹੱਥੋਂ ਹੱਥੀ ਸਾਰਾ ਕੁਝ ਇੱਥੇ ਜਿਹੜਾ ਉਹ ਪ੍ਰਾਪਤ ਹੁੰਦਾ। ਕੋਈ ਵੀ ਗੱਲ ਜਿਹੜੀ ਹੈ ਉਹ ਕਰਮਾਂ ਦੇ ਉੱਤੇ ਲਿਆ ਕੇ ਅਸੀਂ ਕਲਯੁਗ 'ਚ ਨਹੀਂ ਸੁੱਟ ਸਕਦੇ, ਕਿਉਂਕਿ ਕਰਮ ਤਾਂ ਪਿਛਲੇ ਯੁੱਗਾਂ 'ਚ ਵੀ ਕੀਤੇ ਨੇ, ਨਹੀਂ ਛੁਟਕਾਰਾ ਹੋਇਆ। ਕਲਯੁਗ 'ਚ ਵੀ ਅਸੀਂ ਕਹੀਏ ਕਰਮ ਹੀ ਪ੍ਰਧਾਨ ਨੇ, ਤਾਂ ਫਿਰ ਸਿੱਧੀ ਜੀ ਗੱਲ ਹੈ, ਫਿਰ ਇਸ ਯੁੱਗ ਵੀ ਛੁਟਕਾਰਾ ਨਹੀਂ ਹੋਏਗਾ। ਤੇ ਭਾਈ ਸਾਹਿਬ ਜੀ ਕਹਿੰਦੇ ਬਿਨਾ ਭਜਨ ਭਗਵਾਨ ਕੇ, ਭਾਉ ਭਗਤ ਬਿਨ ਠੌਰ ਨਾ ਥਾਈ। ਕਿ ਬੰਦਿਆ ਯਾਦ ਰੱਖੀ, ਕਲਯੁਗ ਦਾ ਭਿਆਨਕ ਸਮਾਂ, ਭਗਵਾਨ ਪਰਮੇਸ਼ਰ ਕਰਤਾ ਅਕਾਲ ਪੁਰਖ ਦੇ ਭਜਨ ਤੋਂ ਬਿਨਾ, ਪ੍ਰੇਮਾ ਭਗਤੀ ਤੋਂ ਬਾਅਦ, ਪ੍ਰੇਮਾ ਭਗਤੀ ਤੋਂ ਬਿਨਾ, ਭਾਉ ਭਗਤ ਬਿਨ, ਇਸ ਜਗ੍ਹਾ ਇਸ ਜਹਾਨ, ਬਿਨ ਠੌਰ ਨਾ ਥਾਈ। ਪ੍ਰੇਮਾ ਭਗਤੀ ਤੋਂ ਬਿਨਾ ਨਾ ਇਸ ਜਹਾਨ ਵਿੱਚ ਕੋਈ ਥਾਂ ਹੈ, ਨਾ ਅਗਲੇ ਜਹਾਨੀ ਕੋਈ ਥਾਂ ਹੈ। ਜਿਹਦੇ ਅੰਦਰ ਪ੍ਰੇਮਾ ਭਗਤੀ ਹੈ, ਭਗਤੀ ਤੇ ਸਾਰੇ ਕਰਦੇ ਨੇ ਪਰ ਪ੍ਰੇਮਾ ਭਗਤੀ ਵਿਰਲੇ ਦੇ ਕੋਲ, ਜਿਹਨੇ ਪ੍ਰੇਮਾ ਭਗਤੀ ਕਰ ਲਈ ਉਹਨੂੰ ਫਿਰ ਦੋਈ ਜਹਾਨੀ ਥਾਂ ਮਿਲਦੀ, ਤੇ ਦੂਜੇ ਦੇ ਵਾਸਤੇ ਕੋਈ ਥਾਂ ਨਹੀਂ ਹੈ। ਲਹੇ ਕਮਾਣਾ ਏਤ ਜੁਗ, ਪਿਛਲੀ ਜੁਗੀ ਕਰੀ ਕਮਾਈ। ਪਿਛਲੇ ਯੁੱਗਾਂ ਵਿੱਚ ਜੋ ਵੀ ਕਮਾਈ ਕੀਤੀ ਹੈ ਉਸ ਦਾ ਕਮਾਣਾ, ਭਾਵ ਕਿ ਫਲ ਜਿਹੜਾ ਉਹ ਲਹਿ ਜਾਂਦਾ ਹੈ। ਭਾਵ ਇਸ ਕਲਯੁਗ ਦੇ ਛੁਟਕਾਰੇ ਦਾ, ਕਲਯੁਗ ਦੇ ਅੰਦਰ ਛੁਟਕਾਰੇ ਦਾ ਇੱਕ ਅਵਸਰ ਹੈ। ਪਿਛਲੇ ਯੁੱਗੀ ਜਿਹੜੀ ਕਮਾਈ ਕੀਤੀ ਉਹਦਾ ਫਲ ਇੱਥੇ ਆ ਕੇ ਸਾਨੂੰ ਮਿਲਿਆ ਹੈ ਕਿ ਚਲੋ ਮਨੁੱਖਾ ਸਰੀਰ ਮਿਲ ਗਿਆ, ਭਲਾ ਹੋਇਆ। ਇਹ ਕੁਝ ਕਰਮ ਸਨ, ਨਹੀਂ ਤਾਂ ਨਾ ਵੀ ਮਿਲਦਾ। ਸੋ ਇਸ ਤਰ੍ਹਾਂ ਪਿਛਲੇ ਯੁੱਗਾਂ 'ਚ ਕੀਤੀ ਕਮਾਈ ਦੇ ਸਦਕਾ ਕਲਯੁਗ ਦੇ ਵਿੱਚ ਛੁਟਕਾਰੇ ਦਾ ਇੱਕ ਅਵਸਰ ਬਣ ਗਿਆ, ਸਾਡੇ ਕੋਲ ਮਨੁੱਖਾ ਦੇਹੀ ਮਿਲ ਗਈ। ਫਿਰ ਚੌਥੀ ਪੰਕਤੀ 'ਚ ਕਹਿੰਦੇ ਪਾਇਆ ਮਾਨਸ ਦੇਹ ਕਉ, ਐਥੋਂ ਚੁੱਕਿਆ ਠੌਰ ਨਾ ਠਾਈ। ਇਹ ਇੱਕ ਕਰਮ ਕੀਤੇ ਸੀ, ਮਨੁੱਖਾ ਜਨਮ ਮਿਲ ਗਿਆ। ਇਹ ਨਹੀਂ ਕਿ ਉਹਨਾਂ ਯੁੱਗਾਂ 'ਚ ਕੀਤੇ ਕਰਮ ਬਿਲਕੁਲ ਹੀ ਵਿਅਰਥ ਹੋ ਗਏ, ਮੁਕਤੀ ਬੇਸ਼ੱਕ ਨਹੀਂ ਮਿਲੀ, ਪਰ ਉਹਨਾਂ ਕਰਮਾਂ ਦੇ ਬਾਬਤ ਮਨੁੱਖਾ ਸਰੀਰ ਤੇ ਮਿਲ ਗਿਆ, ਫਿਰ ਚੰਗਾ ਮਿਲ ਗਿਆ, ਸੋਹਣਾ ਸਰੀਰ ਮਿਲ ਗਿਆ। ਸ਼ੁਕਰ ਕਰੀਏ ਮਾਲਕ ਦਾ ਆਪਾਂ। ਸੋ ਇਸ ਤਰ੍ਹਾਂ ਪਾਇਆ ਮਾਨਸ ਦੇਹ ਕਉ, ਇਸ ਮਨੁੱਖਾ ਦੇਹੀ ਨੂੰ ਪਾਇਆ, ਪਰ ਨਾਲ ਇੱਕ ਗੱਲ ਸਮਝਾਤੀ, ਕੰਨੋਂ ਕੱਢ ਦਿੱਤੀ ਕਿ ਯਾਦ ਰੱਖੀ ਐਥੋਂ ਚੁੱਕਿਆ ਠੌਰ ਨਾ ਠਾਈ। ਜੇ ਤੂੰ ਇਸ ਵਾਰ ਵੀ ਇਸ ਮਨੁੱਖਾ ਜਨਮ ਤੋਂ ਚੁੱਕ ਗਿਆ ਤੇ ਯਾਦ ਰੱਖੀ ਫਿਰ ਤੈਨੂੰ ਕਿਸੇ ਥਾਈਂ ਕੋਈ ਠੌਰ, ਕੋਈ ਥਾਂ, ਕੋਈ ਆਸਰਾ ਜਿਹੜਾ ਉਹ ਨਹੀਂ ਮਿਲਣਾ। ਕਲਯੁਗ ਕੇ ਉਪਕਾਰ ਸੁਣ, ਜੈਸੇ ਵੇਦ ਅਥਰਵਣ ਗਾਈ। ਸੋ ਇਸ ਤਰ੍ਹਾਂ ਇਹ ਕਲਯੁਗ ਦੇ ਉਪਕਾਰ ਜਿਹੜੇ ਅਥਰਵਣ ਵੇਦ ਨੇ ਗਵਾਹੀ ਦਿੱਤੀ ਹੈ। ਭਾਵ ਇੱਥੋਂ ਤੱਕ ਭਾਈ ਸਾਹਿਬ ਜੀ ਅਥਰਵਣ ਵੇਦ ਨੇ ਵੀ ਕਲਯੁਗ ਦੇ ਅੰਦਰ ਜੋ ਸਾਧਨਾ ਦੱਸੀ ਹੈ ਕਿ ਪ੍ਰੇਮਾ ਭਗਤੀ ਕਰੋ। ਕਲਯੁਗ 'ਚ ਪ੍ਰੇਮਾ ਭਗਤੀ ਵੀ ਪ੍ਰਧਾਨ ਹੈ। ਇਸ ਲਈ ਮੈਂ ਪਿਛਲੇ ਦੀਵਾਨਾਂ 'ਚ ਵੀ ਜ਼ਿਕਰ ਕੀਤਾ ਸੀ, ਜੋ ਕਿਸੇ ਵੀ ਯੁੱਗ ਦੇ ਕਿਸੇ ਰਿਖੀ ਵੱਲੋਂ, ਕਿਸੇ ਸ਼ਾਸਤਰ ਵੱਲੋਂ ਜੋ ਸ੍ਰੇਸ਼ਟ ਗੱਲ ਲਿਖੀ ਹੈ ਉਹਦਾ ਕਿਤੇ ਖੰਡਨ ਨਹੀਂ। ਪ੍ਰੇਮਾ ਭਗਤੀ ਮਹਾਨ ਹੈ, ਅਥਰਵਣ ਵੇਦ ਨੇ ਗਾਈ ਹੈ। ਇਸ ਲਈ ਭਾਈ ਸਾਹਿਬ ਜੀ ਨੇ ਇਹਦੀ ਉਸਤਤ ਵੀ ਕੀਤੀ ਹੈ, ਪਰ ਨਾਲ ਅੱਗੇ ਆਪਣਾ ਜ਼ਿਕਰ ਵੀ ਕਰਦੇ ਹਨ ਕਿ ਭਾਉ ਭਗਤ ਪਰਵਾਨ ਹੈ, ਜਗ ਹੋਮ ਤੇ ਪੁਰਬ ਕਮਾਈ। ਪ੍ਰੇਮਾ ਭਗਤੀ ਹੀ ਪ੍ਰਵਾਨ ਹੈ, ਜਗ ਹੋਮ ਤੇ ਪੁਰਬਾਂ ਦੀ ਕਮਾਈ ਜਿਹੜੀ ਹੈ, ਇਹੋ ਹੀ ਪੁਰਾਤਨ ਜਗ, ਹੋਮ ਜਗ ਜੋ ਵੀ ਕੀਤੇ ਉਹਨਾਂ ਦੀ ਸਾਰਿਆਂ ਤੋਂ ਵੱਡੀ ਕਮਾਈ ਜਿਹੜੀ ਉਹ ਕਲਯੁਗ ਦੇ ਅੰਦਰ ਪ੍ਰੇਮਾ ਭਗਤੀ। ਭਾਵ ਪਹਿਲੇ ਸਮਿਆਂ ਦੇ ਅੰਦਰ ਲੋਕ ਬਹੁਤ ਕੁਛ ਜਿਹੜਾ ਯੱਗ ਕਰਦੇ, ਦਾਨ ਪੁੰਨ ਕਰਦੇ ਸੀ, ਪਰ ਕਲਯੁਗ ਦੇ ਅੰਦਰ ਪ੍ਰੇਮਾ ਭਗਤੀ ਦੀ ਪ੍ਰਧਾਨਤਾ ਹੈ। ਉਹ ਲਕੀਰ ਦੇ ਫਕੀਰ ਨਹੀਂ ਬਣਨਾ ਚਾਹੀਦਾ ਵੀ ਸਤਯੁਗ 'ਚ ਲੋਕ ਇਸ ਤਰ੍ਹਾਂ ਕਰਦੇ ਸੀ ਭਾਈ, ਹੁਣ ਕਲਯੁਗ ਦਾ ਸਮਾਂ ਹੈ।
ਜਿਵੇਂ ਆਪਾਂ ਆਮ ਕਈ ਵਾਰ ਸੰਸਾਰ 'ਚ ਕਹਿ ਦਿੰਦੇ, ਜਦੋਂ ਕੋਈ ਕਹਿੰਦਾ ਸਾਡੇ 100 ਸਾਲ ਪੁਰਾਣੇ 200 ਸਾਲ ਪੁਰਾਣੇ ਲੋਕ ਇੰਜ ਕਰਦੇ ਸੀਗੇ, ਤੇ ਆਪਾਂ ਉਹਨੂੰ ਕਹਿ ਦਿੰਦੇ ਭਾਈ ਉਹ ਪੁਰਾਣੀਆਂ ਗੱਲਾਂ ਨੇ, ਦੁਨੀਆ ਚੰਦ 'ਤੇ ਪਹੁੰਚ ਗਈ ਹੈ। ਸੋ ਜੇ ਅਸੀਂ 100 ਸਾਲ ਪਿਛਲੀ ਗੱਲ ਨੂੰ ਇਹ ਕਹਿ ਕੇ ਨਕਾਰ ਦਿੰਦੇ ਹਾਂ, ਤੇ ਹੁਣ 3 ਯੁੱਗ ਪਿਛਲੀਆਂ ਗੱਲਾਂ ਨੂੰ ਅਸੀਂ ਕਹੀਏ ਉਦੋਂ ਲੋਕ ਯੱਗ ਕਰਦੇ ਸੀ, ਆਹ ਕੁਛ ਕਰਦੇ ਸੀ, ਉਹ ਕਰਮ ਕਰਦੇ ਸੀਗੇ, ਭਾਈ ਹੁਣ ਇਹ ਕਲਯੁੱਗ ਹੈ। ਕਲਯੁੱਗ ਦੇ ਅੰਦਰ ਕਰਮਾਂ ਦੀ ਪ੍ਰਧਾਨਤਾ ਨਹੀਂ ਹੈ, ਕਲਯੁੱਗ ਦੇ ਅੰਦਰ ਪ੍ਰੇਮਾ ਭਗਤੀ ਪ੍ਰਧਾਨ ਹੈ। ਇਸ ਤਰ੍ਹਾਂ ਜਗ ਹੋਮ ਤੇ ਪੁਰਬ ਕਮਾਈ, ਇਹ ਸਾਰੀ ਪੁਰਬਾਂ ਦੀ ਕਮਾਈ ਜਿਹੜੀ ਹੈ ਪੁਰਾਣੀ, ਉਹ ਪ੍ਰਾਪਤ ਹੁੰਦੀ ਹੈ। ਕਰਕੇ ਨੀਚ ਸਦਾਵਣਾ ਤਾਂ ਪ੍ਰਭ ਲੇਖੈ ਅੰਦਰ ਪਾਈ। ਪਰ ਨਾਲ ਇੱਕ ਸ਼ਰਤ ਰੱਖ ਦਿੱਤੀ ਕਿ ਇਹ ਨਾ ਹੋਵੇ ਪ੍ਰੇਮਾ ਭਗਤੀ ਕਰਕੇ ਤੂੰ ਹੰਕਾਰੀ ਹੋ ਜੇ। ਜਦੋਂ ਪ੍ਰੇਮਾ ਭਗਤੀ ਕਰੇ, ਤੈਨੂੰ ਪਰਮਾਤਮਾ ਦੀ ਪ੍ਰਾਪਤੀ ਜਾਂ ਸਰੂਪ ਦੀ ਅਭੇਦਤਾ ਤਦ ਹੀ ਮਿਲੇਗੀ ਜਦੋਂ ਕਰਕੇ ਨੀਚ ਸਦਾਵਨਾ, ਜਦੋਂ ਤੂੰ ਪ੍ਰੇਮਾ ਭਗਤੀ ਕਰਕੇ ਨੀਚ ਸਦਾਏਂਗਾ। ਆਸਾ ਕੀ ਵਾਰ ਸਾਹਿਬ ਦਾ ਇੱਕ ਬਚਨ ਹੈ, ਭਾਉ ਭਗਤ ਕਰ ਨੀਚ ਸਦਾਏ ਤਉ ਨਾਨਕ ਮੁਖੰਤਰ ਪਾਏ। ਜਿਹੜਾ ਭਾਉ ਭਗਤੀ ਕਰਕੇ, ਪ੍ਰੇਮਾ ਭਗਤੀ ਕਰਕੇ ਵੀ ਨੀਚ ਸਦਾਏ, ਇਹ ਨਾ ਕਵੇ ਮੈਂ ਬੜਾ ਵੱਡਾ ਭਗਤ, ਮੈਂ ਬੜਾ ਵੱਡਾ ਗਿਆਨੀ, ਤੁਸੀਂ ਤੇ ਕਦੀ ਗੁਰੂ ਘਰ ਨਹੀਂ ਵੜੇ, ਅਸੀਂ ਇੰਨੀ ਬਾਣੀ ਪੜ੍ਹਦੇ ਹਾਂ, ਗੁਰੂ ਘਰ ਰਹਿੰਦੇ ਹਾਂ। ਨਹੀਂ, ਭਾਉ ਭਗਤ ਕਰ ਨੀਚ ਸਦਾਏ ਤਉ ਨਾਨਕ ਮੁਖੰਤਰ ਪਾਏ। ਸੋ ਇਸ ਤਰ੍ਹਾਂ ਭਾਈ ਸਾਹਿਬ ਜੀ ਇੱਥੇ ਜ਼ਿਕਰ ਕਰਦੇ ਨੇ ਕਿ ਜੋ ਨੀਵਾਂ ਸਦਾਉਂਦਾ ਹੈ ਆਪਣੇ ਆਪ ਨੂੰ, ਕਰਕੇ ਨੀਚ ਸਦਾਵਨਾ ਤਾਂ ਪ੍ਰਭ ਲੇਖੈ ਅੰਦਰ ਪਾਈ, ਉਹਦੀ ਕੀਤੀ ਹੋਈ ਕਮਾਈ ਜਿਹੜੀ ਹੈ ਉਹ ਪ੍ਰਭੂ, ਉਹ ਮਾਲਕ ਕਰਤਾ ਪਰਮੇਸ਼ਰ ਜਿਹੜਾ ਉਹ ਲੇਖੇ ਦੇ ਵਿੱਚ ਪਾ ਦਿੰਦਾ ਹੈ। ਕਲਯੁਗ ਨਾਵੈ ਕੀ ਵਡਿਆਈ, ਪਰ ਕਲਯੁਗ ਦੇ ਵਿੱਚ ਨਾਮ ਦੀ ਵਡਿਆਈ ਸਭ ਤੋਂ ਮਹਾਨ ਹੈ। ਮੈਂ ਪਹਿਲਾਂ ਜ਼ਿਕਰ ਕੀਤਾ, ਅਥਰਵਣ ਵੇਦ ਵਾਲਿਆਂ ਨੇ ਪ੍ਰੇਮਾ ਭਗਤੀ ਨੂੰ ਸ੍ਰੇਸ਼ਟ ਕਿਹਾ, ਭਾਈ ਸਾਹਿਬ ਨੇ ਉਹਦਾ ਹੁੰਗਾਰਾ ਭਰਿਆ ਕਿ ਹਾਂ ਪ੍ਰੇਮਾ ਭਗਤੀ ਬੜੀ ਸ੍ਰੇਸ਼ਟ ਹੈ, ਪਰ ਪ੍ਰੇਮਾ ਭਗਤੀ ਕਰਕੇ ਇੱਕ ਵਿੱਚ ਸ਼ਬਦ ਐਡ ਕੀਤਾ ਕਿ ਪ੍ਰੇਮਾ ਭਗਤੀ ਕਰਕੇ ਨੀਚ ਸਦਾਵੇ, ਨੀਵਾਂ ਸਦਾਏ ਤਾਂ ਪ੍ਰਵਾਨ। ਪਰ ਫਿਰ ਵੀ ਕਲਯੁਗ ਦੇ ਅੰਦਰ ਸਭ ਤੋਂ ਵੱਡਾ ਕਰਮ, ਸਭ ਤੋਂ ਵੱਡੀ ਸਾਧਨਾ ਕੀ ਹੈ, ਉੱਥੇ ਅਖੀਰਲੀ ਪੰਕਤੀ ਦੱਸਦੇ, ਕਲਯੁਗ ਨਾਵੈ ਕੀ ਵਡਿਆਈ। ਇਸ ਕਲਯੁਗ ਦੇ ਅੰਦਰ ਕੇਵਲ ਨਾਮ ਦੀ ਵਡਿਆਈ ਹੈ, ਨਾਮ ਜਪਣ ਵਾਲਿਆਂ ਦੀ ਇੱਥੇ ਵਡਿਆਈ ਹੈ। ਨਾਮ ਜਪਣ ਵਾਲੇ ਜਿਹੜੇ ਹਨ ਉਹ ਕਲਯੁਗ ਦੇ ਅੰਦਰ ਪ੍ਰਵਾਨ ਹਨ। ਸੋ ਇਸ ਤਰ੍ਹਾਂ ਭਾਈ ਸਾਹਿਬ ਜੀ ਨੇ ਇਹਨਾਂ 3 ਪੌੜੀਆਂ ਦੇ ਵਿੱਚ ਅਖੀਰਲੀ 16ਵੀਂ ਪੌੜੀ ਦੇ ਅੰਦਰ ਜੋ ਭਾਵ ਅਰਥ ਰੱਖਿਆ ਹੈ ਉਹ ਇਹੀ ਹੈ ਕਿ ਸਾਰੇ ਯੁੱਗਾਂ ਵਿਖੇ ਕਰਮ ਕਾਂਡ ਜਿਹੜਾ ਸੀ ਉਹਦੀ ਗੱਲ ਜਿਹੜੀ ਉਹ ਚੱਲਦੀ ਰਹੀ, ਸਾਰੇ ਯੁੱਗਾਂ 'ਚੋਂ ਪ੍ਰਧਾਨ ਰਹੇ। ਇਹ ਪਿਛਲੇ ਯੁੱਗਾਂ ਦਾ ਕਰਮ ਸੀ ਤੇ ਹੁਣ ਤਾਂ ਕਰਮ ਹੀ ਅਧੂਰੇ ਰਹਿ ਗਏ ਨੇ, ਕਿਉਂਕਿ ਕਮ ਸੇ ਕਮ ਪਿਛਲੇ ਯੁੱਗਾਂ 'ਚ ਲੋਕ ਕਰਮ ਤਾਂ ਪੂਰੇ ਕਰਦੇ ਸੀ, ਹੁਣ ਤੇ ਸਾਡੇ ਇਸ ਜੀਵਨ 'ਚ ਕਰਮ ਵੀ ਅਧੂਰੇ ਨੇ, ਗਿਆਨ ਵੀ ਅਧੂਰਾ ਮਨੁੱਖ ਦਾ। ਜਦੋਂ ਗਿਆਨ ਹੀ ਅਧੂਰਾ ਹੈ, ਕਰਮ ਕਿੱਦਾਂ ਪੂਰਾ ਹੋ ਜਾਏਗਾ। ਉਦਾਹਰਨ ਦੇ ਤੌਰ 'ਤੇ ਇੱਕ ਪੰਡਤ ਨੇ ਕਰਮ ਕਰਵਾਉਣਾ ਹੈ, ਉਹਦਾ ਆਪਣਾ ਹੀ ਗਿਆਨ ਅਧੂਰਾ ਹੈ। ਹੁਣ ਜਿਹੜੇ ਤ੍ਰੇਤਾ ਯੁੱਗ ਦੇ ਵਿੱਚ ਬ੍ਰਾਹਮਣ ਸਨ, ਜੋ ਉਹਨਾਂ ਦੇ ਕੋਲ ਗਿਆਨ ਸੀ, ਜਾਂ ਇੰਝ ਕਹਿ ਲਓ ਉਹਨਾਂ ਦੀ ਜੋ ਸਿਮਰਨ ਸਾਧਨਾ ਸੀ, ਉਹ ਕਲਯੁੱਗ ਦੇ ਬ੍ਰਾਹਮਣ ਦੀ ਨਹੀਂ ਹੈ। ਫਿਰ ਉਹ ਅੱਜ ਕੱਲ੍ਹ ਤੇ ਇਸ ਤਰ੍ਹਾਂ ਦਾ ਕੰਮ ਹੈ ਜੋ ਦੁਨੀਆ 'ਚ ਵਿਚਰ ਕੇ ਦੇਖਿਆ ਕਿ ਪੁਰਾਣੇ ਜਿਹੜੇ ਬ੍ਰਾਹਮਣ ਸਨ ਉਹ ਜਿਸ ਵੀ ਕਰਮਕਾਂਡ ਨੂੰ ਕਰਨਾ ਸੀ ਉਸ ਸ਼ਾਸਤਰ ਨੂੰ, ਕਰਮਕਾਂਡ ਸ਼ਾਸਤਰ ਨੂੰ ਬੜੀ ਚੰਗੀ ਤਰ੍ਹਾਂ ਪੜ੍ਹਦੇ ਸਨ। ਹੁਣ ਅੱਜ ਕੱਲ੍ਹ ਵਾਲੇ ਜਿਹੜੇ ਹਨ, ਮਾਫ ਕਰਿਓ ਸੱਚਾਈ ਇਹੀ ਹੈ, ਉਹ ਜਿਵੇਂ ਕਹਿ ਦਿਓ ਜਿੰਨੇ ਕੁ ਮੰਤਰ ਵਿਆਹ 'ਚ ਪੜ੍ਹੇ ਜਾਣੇ ਨੇ ਓਨੇ ਕੁ ਯਾਦ ਕਰ ਲੈਂਦੇ ਨੇ, ਜਿੰਨੇ ਕੁ ਕਿਸੇ ਦੇ ਜਨਮ ਮਰਨ 'ਤੇ ਪੜ੍ਹੇ ਜਾਣੇ ਨੇ ਓਨੇ ਕੁ ਯਾਦ ਕਰ ਲੈਂਦੇ ਨੇ। ਬਸ ਉਹ ਇੰਝ ਕਹਿ ਲਓ ਵੀ ਬਸ ਛੋਟੇ ਛੋਟੇ ਕੰਮ, ਛੋਟੇ ਛੋਟੇ ਮੰਤਰ ਜੋ ਰੋਜ਼ਮਰਾ ਜੀਵਨ ਦੇ ਵਿੱਚ ਪ੍ਰੋਗਰਾਮਾਂ 'ਚ ਬੋਲਣੇ ਹਨ, ਪੜ੍ਹਨੇ ਹਨ, ਓਨੇ ਕੁ ਪੜ੍ਹਦੇ ਨੇ, ਬਾਕੀ ਉਹ ਸਾਰਾ ਸ਼ਾਸਤਰ ਨਹੀਂ ਪੜ੍ਹਦੇ। ਇਸ ਕਰਕੇ ਉਹਨਾਂ ਦਾ ਗਿਆਨ ਹੀ ਅਧੂਰਾ ਹੈ। ਜਦੋਂ ਗਿਆਨ ਅਧੂਰਾ ਹੈ, ਉਹ ਕਰਮ ਕਿਵੇਂ ਪੂਰਾ ਕਰਵਾ ਦੇਣਗੇ ਕਿਸੇ ਨੂੰ। ਸੋ ਇਸੇ ਤਰ੍ਹਾਂ ਹੀ ਸਾਹਿਬ ਜੀ ਇੱਥੇ ਜਦੋਂ ਬਾਣੀ ਅੰਦਰ ਵੀ ਸਾਹਿਬ ਦਾ ਇੱਕ ਵਚਨ ਪੜ੍ਹਦੇ ਹਾਂ, ਆਸਾ ਕੀ ਵਾਰ ਅੰਦਰ ਸਾਹਿਬ ਕਹਿੰਦੇ, ਬੀਓ ਬੀਜ ਪੱਤ ਲੈ ਗਏ ਅਬ ਕਿਉਂ ਗਵੈ ਦਾਲ। ਕਰਮ ਹੀ ਅਧੂਰੇ ਰਹਿ ਗਏ। ਹੁਣ ਜਦੋਂ ਬੀਓ ਬੀਜ ਪੱਤ ਲੈ ਗਏ ਅਬ ਕਿਉਂ ਗਵੈ ਦਾਲ, ਇੱਕ ਤਾਂ ਦਲਿਆ ਹੋਇਆ ਜਿਹੜਾ ਸੀ, ਜੇ ਇੱਕ ਹੋਏ ਤਾਂ ਉਹ ਗਵੈ, ਰੁੱਤੀ ਹੂੰ ਰੁੱਤ ਹੋਏ। ਦਾਲ ਨੂੰ ਜਦੋਂ ਕਿਸੇ ਦਾਣੇ ਨੂੰ ਦਲ ਦਿੱਤਾ ਜਾਏ, 2 ਫੜ ਕਰ ਦਿੱਤਾ ਜਾਏ, ਪਹਿਲੀ ਗੱਲ ਤਾਂ ਉੱਗਦਾ ਹੀ ਨਹੀਂ, ਉੱਤੋਂ ਫਿਰ ਮੌਸਮ ਨਾ ਹੋਵੇ ਤਾਂ ਵੀ ਨਹੀਂ ਉੱਗਦਾ। ਫਿਰ ਕਈ ਵਾਰ ਜ਼ਮੀਨ 'ਚ ਬੀਜ ਪਾਇਆ, ਉਹਨੂੰ ਪੰਛੀ ਚੁੱਕ ਕੇ ਲੈ ਗਏ, ਹੁਣ ਉਹ ਕਿੱਥੋਂ ਉੱਗ ਪਏਗਾ। ਸੋ ਇਸ ਤਰ੍ਹਾਂ ਜਦੋਂ ਗਿਆਨ ਹੀ ਅਧੂਰਾ ਹੈ
ਤਾਂ ਹੁਣ ਕਰਮ ਵੀ ਅਧੂਰੇ ਰਹਿ ਗਏ ਨੇ ਮਨੁੱਖ ਦੇ। ਇਸ ਲਈ ਭਾਈ ਸਾਹਿਬ ਜੀ ਨੇ ਇਸ ਪੌੜੀ ਦੇ ਵਿੱਚ ਸਿਧਾਂਤ ਦਿੱਤਾ ਹੈ ਕਿ ਪ੍ਰੇਮਾ ਭਗਤੀ ਤੇ ਨਾਮ ਦਾ ਆਸਰਾ ਜਿਹੜਾ ਹੈ ਉਹ ਜੀਵਨ ਦੇ ਵਿੱਚ ਕਦੇ ਨਾ ਛੱਡੋ। ਪ੍ਰੇਮਾ ਭਗਤੀ ਵੀ ਨਾ ਛੱਡੋ ਤੇ ਨਾਮ ਸਿਮਰਨ ਦਾ ਆਸਰਾ ਜਿਹੜਾ ਉਹ ਨਾ ਛੱਡੋ, ਤੇ ਕਰਮ ਕਰਤ ਹੋਵੈ ਨਿਹ ਕਰਮ। ਸਾਰੇ ਸਾਧਨ ਜਿਹੜੇ ਉਹ ਨਾਮ ਨਾਲ ਹੀ ਸੁਭਾਏਮਾਨ ਨੇ। ਜੇ ਨਾਮ ਹੈ ਤਾਂ ਹਰ ਇੱਕ ਕਰਮ ਜਿਹੜਾ ਸਾਡੀ ਜ਼ਿੰਦਗੀ ਦਾ ਸ਼ੋਭਦਾ ਹੈ। ਭਾਵ ਜੇ ਲਾੜਾ ਹੈ ਤੇ ਬਰਾਤ ਸ਼ੋਭਦੀ ਹੈ, ਜੇ ਲਾੜਾ ਨਹੀਂ ਤੇ ਭਾਵੇਂ ਸਾਰਾ ਪਿੰਡ ਇਕੱਠਾ ਕਰਕੇ ਨਾਲ ਲੈ ਜਾਓ, ਕਿੰਨੀਆਂ ਗੱਡੀਆਂ ਨਾਲ ਹੋਣ, ਲਾੜੇ ਤੋਂ ਬਿਨਾਂ ਕਦੀ ਬਰਾਤਾਂ ਨਹੀਂ ਸ਼ੋਭਦੀਆਂ ਹੁੰਦੀਆਂ। ਜਿਵੇਂ ਸੈਨਾ ਦੇ ਵਿੱਚ ਜੇ ਸਾਹਮਣੇ ਕਮਾਂਡਰ ਹੀ ਨਾ ਹੋਵੇ, ਸਾਹਮਣੇ ਸੈਨਾਪਤੀ ਨਾ ਹੋਵੇ, ਤੇ ਫੌਜਾਂ ਜਿਹੜੀਆਂ ਨੇ ਉਹ ਸ਼ੋਭਦੀਆਂ ਨਹੀਂ ਹਨ। ਜਾਂ ਰਾਜੇ ਤੋਂ ਬਿਨਾਂ ਜਿਵੇਂ ਪ੍ਰਜਾ ਨਹੀਂ ਸ਼ੋਭਦੀ, ਜਿਵੇਂ ਇੰਝ ਕਹਿ ਲਓ ਚੰਦਨ ਦੇ ਰੁੱਖ ਬਿਨਾਂ ਵਣ ਨਹੀਂ ਸ਼ੋਭਦਾ, ਫਿਰ ਜੰਗਲ ਜਿਹੜਾ ਜਿਵੇਂ ਸ਼ੇਰ ਬਿਨਾਂ ਨਹੀਂ ਸ਼ੋਭਦਾ। ਸੋ ਇਸੇ ਤਰ੍ਹਾਂ ਸਾਰਾ ਜੀਵਨ ਦਾ ਕਰਮ ਧਰਮ ਜਿਹੜਾ ਹੈ ਭਲਾ ਹੈ, ਪ੍ਰੇਮਾ ਭਗਤੀ ਭਲੀ ਹੈ, ਪਰ ਨਾਮ ਤੋਂ ਬਿਨਾਂ ਇਹ ਸ਼ੋਭਦੀ ਨਹੀਂ। ਇਸ ਕਰਕੇ ਕਰਮ ਕਰਤ ਹੋਵੈ ਨਿਹ ਕਰਮ, ਤਿਸ ਬੈਸਨੋ ਕਾ ਨਿਰਮਲ ਧਰਮ। ਸੋ ਇਹ ਇਹਨਾਂ 3 ਪੌੜੀਆਂ ਦੇ ਵਿੱਚ 16 ਪੌੜੀਆਂ ਆਪਾਂ ਸਰਵਣ ਕੀਤੀਆਂ ਨੇ। 3 ਅੱਜ, 13 ਪੌੜੀਆਂ ਆਪਾਂ ਪਿੱਛੇ ਸਰਵਣ ਕੀਤੀਆਂ ਨੇ। ਸੋ ਇਹਨਾਂ ਦੇ ਅੰਦਰ ਜੋ ਜੁਗਾਂ ਦੀ ਬਾਬਤ ਪ੍ਰਚਲਿਤ ਵਿਚਾਰ ਖਿਆਲ ਸਨ ਉਹ ਭਾਈ ਸਾਹਿਬ ਜੀ ਨੇ ਸਾਨੂੰ ਦੱਸੇ ਨੇ। ਸੋ ਗੁਰੂ ਕਿਰਪਾ ਕਰੇ ਸਾਡੀ ਸਮਝ ਵਿੱਚ ਆਵੇ, ਅਸੀਂ ਪ੍ਰੇਮਾ ਭਗਤੀ ਦੇ ਨਾਲ ਨਾਲ ਨਾਮ ਸਿਮਰਨ, ਸੇਵਾ ਸਿਮਰਨ ਵਾਲੇ ਪਾਸੇ ਜੁੜ ਸਕੀਏ। ਹੋਈਆਂ ਭੁੱਲਾਂ ਦੀ ਖਿਮਾ, ਸਹਿਬ ਸਮੱਤ ਦੀ ਦਾਤ ਬਖਸ਼। ਨਿਵਾਜਣਾ ਕਰਮ ਕਰਕੇ ਨੀਚ ਸਦਾਵਣਾ, ਤਾਂ ਪ੍ਰਭ ਲੇਖੈ ਅੰਦਰ ਪਾਈ। ਕਲ ਜੁਗ ਨਾਵੈ ਕੀ ਵਡਿਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।